पई है आ पी ले उसको पानी को ठंडा ही है निंदी दे बाबू गाता सुन निंदी नूं 10,000 रुपया चाहिए 10,000 कादे दी निंदी अगस्ती पता अपने बापू नूं तेन कादे लिए पैसे चाहिए आ ਉਹ ਮੈਂ ਕਿੱਦਾਂ ਸਮਝਾਵਾਂ ਉਹ ਕਾਹਦੇ ਲਈ ਚਾਹੀਦੇ ਆ ਬਾਪੂ ਇੰਨਾ ਸਮਝ ਲਾ ਕਿ ਨੌਕਰੀ ਦੇ ਫਾਰਮ ਭਰਨੇ ਆ ਉਹ ਪਹਿਲਾਂ ਤੇਰੇ ਪੜ੍ਹਾਈ 'ਚ ਪੈਸੇ ਲੱਗੇ ਆ ਕੋਈ ਨੌਕਰੀ ਤਾਂ ਮਿਲੀ ਨਹੀਂ ਆ ਹੁਣ ਨੌਕਰੀ ਲੱਭਣ ਲਈ ਇਹਨੂੰ ਪੈਸੇ ਚਾਹੀਦੇ ਆ ਨਿੰਦੀ ਦੀ ਮਾਂ ਇਹਨੂੰ ਕਹਿ ਜੇ ਹਫਤਾ ਖੰਡ ਰੁਕੇ ਤੇ ਮੈਂ ਕੋਈ ਇੰਤਜ਼ਾਮ ਕਰ ਦਿੰਦਾ ਉਹ ਹਫਤਾ ਨਹੀਂ ਉਹ ਮੈਨੂੰ ਜ਼ਰੂਰੀ ਚਾਹੀਦੇ ਆ ਤੁਸੀਂ ਸਮਝੋ ਉਹ ਮੇਰੀ ਗੱਲ ਸੁਣ ਓਏ ਇੱਥੇ ਪੈਸੇ ਦਾ ਖੂਨ ਨਹੀਂ ਲੱਗਿਆ ਜਿਹੜਾ ਕੱਢ ਕੇ ਤੇਰੇ ਹੱਥੇ ਧਰ ਦਿੰਦਾ ਹੈ ਦਾਦੇ ਕੋਈ ਪੇੜ ਲੱਗਿਆ ਤੋੜ ਕੇ ਤੇਰੀ ਝੋਲੀ 'ਚ ਪਾ ਦਿਆ ਆਖੇ ਪੈਸੇ ਚਾਹੀਦੇ ਆ ਨਾ ਮੁੰਡੇ ਦੇ ਪੈਸੇ ਕੀ ਮੰਗ ਲਏ ਆ ਤੂੰ ਤਾਂ ਕਲੇਸ਼ ਹੀ ਪਾ ਕੇ ਬਹਿ ਗਿਆ ਜੇ ਉਹਨੂੰ ਚਾਹੀਦੇ ਆ ਤਾਂ ਸਾਥੀ ਮੰਗੂ ਨਾ ਹੋਰ ਗਵਾਂਢੀਆਂ ਤੋਂ ਜਾ ਕੇ ਮੰਗੂ ਮੇਰੀ ਗੱਲ ਸੁਣ ਜੇ ਉਹਦੀ ਇੱਕ ਵਾਰੀ ਨੌਕਰੀ ਲੱਗ ਗਈ ਨਾ ਤੇ ਆਪਣੀ ਵੀ ਗਰੀਬੀ ਚੱਕੀ ਜਾਊਗੀ ਆਪਣੇ ਬਾਰੇ ਨਿਆਰੇ ਹੋ ਜਾਣਗੇ ਉਹ ਮੇਰੀ ਗੱਲ ਸੁਣ ਇਹਨੇ ਜਦ ਵੀ ਪੈਸੇ ਮੰਗੇ ਆ ਉਹ ਮੈਂ ਹੀ ਇੰਤਜ਼ਾਮ ਕੀਤਾ ਆ ਕਿਸੇ ਤੇਰੇ ਗਵਾਂਢੀਆਂ ਨੇ ਨਹੀਂ ਕੀਤਾ ਮੈਨੂੰ ਤੂੰ ਦੱਸ ਹੈ ਇਹਦਾ ਤਾਂ ਨਿੱਤ ਦਾ ਚਿੱਤ ਹੋ ਗਿਆ ਕਦੀ 2000 ਦੇ ਦੇ ਕਦੀ 5000 ਦੇ ਦੇ ਉਹ ਮੈਂ ਕਿੱਥੋਂ ਲੈ ਜਾਵਾਂ ਨਾਲੇ ਇਹਨੂੰ ਪੁੱਛ ਮੈਂ ਤਹਿਸੀਲਦਾਰ ਨਹੀਂ ਲੱਗਿਆ ਹੈ ਜਿਹੜਾ ਆ ਦੇ ਮੇਰੇ ਤੇ ਥੱਲੇ ਜਾਵਾਂ ਤੇ ਖਿੱਸੇ 'ਚ ਪਾਲਵਾਂ ਤੇਰਾ ਪੁੱਤਰ ਆਵੇ ਤੇ ਖਿੱਸੇ 'ਚੋਂ ਕੱਢ ਕੇ ਇਹਦੇ ਹੱਥ ਤੇ ਧਰ ਦਿਆਂ ਹੋਇਆ ਗੱਲ ਸੁਣ ਆ ਦੇਖ ਹੱਥਾਂ ਵਾਲ ਮੇਰੇ ਰੰਦਾ ਕਸਾ ਕੇ ਨਾ ਹੈ ਹੱਥ ਮੇਰੇ ਖਿੰਗਰਾਂ ਵਰਗੇ ਹੋ ਗਏ ਆ ਹੈ 4-500 ਰੁਪਏ ਦਿਹਾੜੀ ਕਮਾ ਕੇ ਆ ਫੇਰ ਘਰ ਦਾ ਗੁਜ਼ਾਰਾ ਹੁੰਦਾ ਆਖੇ ਨਵਾਬ ਜੱਦੇ ਨੂੰ ਪੈਸੇ ਚਾਹੀਦੇ ਆ ਹੈ ਹਾਏ ਹਾਏ ਉਹ ਮੁੰਡੇ ਨੇ ਪੈਸੇ ਮੰਗ ਲਏ ਨਾ ਤੂੰ ਕਿਹੜੇ ਕਿਸੇ ਕੋਲ ਵੀ ਬਹਿ ਗਿਆ ਉਹਨੂੰ ਲੋੜ ਹੋਊਗੀ ਤਾਂ ਹੀ ਮੰਗਿਆ ਆ ਮੈਨੂੰ ਇਹਦੇ ਲੱਛਣ ਨਹੀਂ ਠੀਕ ਲੱਗਦੇ ਹੈ ਨਾ ਤੈਨੂੰ ਠੀਕ ਲੱਗਦਾ ਕਿ ਸਾਰੀ ਉਮਰ ਤੈਨੂੰ ਮੈਂ ਨਹੀਂ ਚੰਗੀ ਲੱਗੀ ਹੁਣ ਮੇਰਾ ਪੁੱਤ ਨਹੀਂ ਚੰਗਾ ਲੱਗਦਾ ਉਹ ਪਛਤਾਏਂਗੀ ਤੂੰ ਇੱਕ ਦਿਨ ਅੱਖਾਂ ਸਿੱਕ ਸੁਣ ਦੇ ਕੇ ਰੋਏਂਗੀ ਇਹਨੂੰ ਲਾਡ ਪਿਆਰ ਨੂੰ ਮਾਰਿਆ ਨੂੰ ਹੈ ਆਖੇ ਪੈਸੇ ਲਿਆ ਮੈਂ ਕਿੱਥੋਂ ਦੇ ਦਵਾਂ ਪਤਾ ਨਹੀਂ ਕਿਹੜਾ ਇਹਨੇ ਫਾਰਮ ਭਰਨਾ ਹਾਂ ਸਾਰੀ ਉਮਰ ਮੇਰੀ ਨਾ ਇਸ ਘਰ 'ਚ ਗਰੀਬੀ ਨਾਲ ਲੜਦਿਆਂ ਨਿਕਲਦੀ ਤੰਗੀਆਂ ਕੁਰਸੀਆਂ ਨਾ ਹੁਣ ਤੂੰ ਇਹ ਚਾਹੁੰਦਾ ਕਿ ਜਿਹੜੀ ਗਰੀਬੀ ਅਸੀਂ ਵੇਖੀ ਤੰਗੀਆਂ ਕੁਰਸੀਆਂ ਮੈਂ ਦੇਖੀਆਂ ਉਹ ਮੇਰਾ ਪੁੱਤ ਵੀ ਦੇਖੇ ਓਏ ਉਹ ਤੂੰ ਮੇਰੇ ਕਿਰਤ ਨੂੰ ਮੇਰਾ ਦੇ ਲੱਗੀ ਆ ਆ ਦਸਾਂ ਨੂੰਹਾਂ ਦੀ ਕਿਰਤ ਕਰਕੇ ਤੇਰੇ ਹੱਥ ਤੇ ਧਰਦਾ ਆ ਹੈ ਤੂੰ ਦੱਸ ਦੇ ਕਿਹੜਾ ਸਫਾਰੀ ਸੂਟ ਪਾ ਕੇ ਮੈਂ ਕੰਮ ਤੇ ਜਾਣਾ ਹੈ ਸਾਰੀ ਉਮਰ ਇਸੇ ਝੱਗੇ 'ਚ ਕੱਢ ਦਿੱਤੀ ਆ ਹੈ ਮੇਰੀ ਗੱਲ ਸੁਣ ਲਓ ਇੱਧਰ ਆ ਦੇਖ ਸਾਰਾ ਦਿਨ ਮੈਂ ਕੰਮ ਕਰਨਾ ਤੇ ਜਾ ਕੇ ਕਰਨਾ ਪੈਸੇ ਕਿਤੇ ਆ ਤੂੰ ਮੇਰਾ ਨਾ ਕਰ ਕੋਈ ਮੈਂ ਕਰਦੀ ਆ ਕੋਈ ਇੰਤਜ਼ਾਮ ਤੂੰ ਦਿਲ ਛੋਟਾ ਨਾ ਕਰ ਮੈਂ ਇੰਤਜ਼ਾਮ ਕਰਦੀ ਆ ਕੋਈ ਬੇਬੇ ਉਹ ਤੂੰ ਕਿੱਥੋਂ ਕਰ ਲੇਗੀ ਗੱਲ ਸੁਣ ਤੂੰ ਕਿੱਥੋਂ ਕਰ ਲੇਗੀ ਹੈ ਤੂੰ ਬੈਂਕ ਮੈਨੇਜਰ ਲੱਗੀ ਹੈ ਮੈਂ ਭਾਵੇਂ ਢੱਠੇ ਖੂਹ ਚੋਂ ਕਰਾਂ ਤੈਨੂੰ ਕੀ ਯਾਰ ਆਓ ਗੱਲ ਸੁਣ ਆ ਫੜ ਦੇਸੀ ਆ ਫੜ ਜਰਾ ਆ ਬੋਦੇ ਜੇ ਫੋਨਾਂ ਰਹਿਣਾ ਸਾਰਾ ਦਿਨ ਐ ਕਰਦਾ ਰਹਿਣਾ ਸਾਰਾ ਦਿਨ ਫੋਨਾਂ ਤੇ ਲੱਗਾ ਰਹਿਣਾ 4 ਦਿਹਾੜੀਆਂ ਮੇਰੇ ਨਾਲ ਤੈਨੂੰ ਪਤਾ ਲੱਗੇ ਹੈ 10,000 ਦੀ ਵੈਲਿਊ ਕੀ ਹੁੰਦੀ ਆ ਉਹ ਬਾਪੂ ਆ ਜਦੋਂ ਵੀ ਤੇਰੇ ਕੋਲੋਂ ਪੈਸੇ ਮੰਗੋ ਆ ਰੰਦੇ ਆੜੀਆਂ ਤੇਸੇ ਆ ਮੇਰੇ ਢੂਹੇ 'ਚ ਦੇਣ ਲੱਗ ਪਿਆ ਕਰ ਮੈਂ ਤਾਂ ਹੀ ਨਹੀਂ ਤੇਰੇ ਕੋਲੋਂ ਪੈਸੇ ਮੰਗਦਾ ਆ ਤਾਂ ਹੀ ਬੇਬੇ ਕੋਲੋਂ ਮੰਗਦਾ ਦਫਾ ਹੋ ਮੈਂ ਦੇਖਦਾ ਕਦੋਂ ਤਹਿਸੀਲਦਾਰ ਲੱਗੇਗਾ ਤੂੰ ਲੈ ਪੁੱਤ ਹਾਂ ਮੇਰੇ ਕਹਿਣੇ ਆ ਜੇ ਔਖੀ ਵੇਲੇ ਨਹੀਂ ਕੰਮ ਹੋਣਗੇ ਤਾਂ ਕਦੋਂ ਹੋਣਗੇ ਤੂੰ ਇਹਨਾਂ ਨੂੰ ਵਰਤ ਲਾ ਤੇ ਆਪਣੀ ਨੌਕਰੀ ਦੇ ਕਾਗਜ਼ ਭਰ ਲਾ ਲੈ ਫੜ ਵੀਰੇ ਆ ਵੀ ਲੈ ਫੜ ਮੇਰੇ ਕਾਂਟੇ ਜਦੋਂ ਤੇਰੀ ਨੌਕਰੀ ਲੱਗੀ ਮੈਨੂੰ ਫੇਰ ਬਣਾ ਦੇ ਤੂੰ ਇਹਦੇ ਵਿਆਹ ਲਈ ਬਣਾਈ ਸੀ ਤੇਰੇ ਬਾਪੂ ਨੇ ਤੂੰ ਨੌਕਰੀ ਲੱਗ ਪੁੱਤ ਫੇਰ ਬਣ ਜਾਣਗੇ ਗਹਿਣੇ ਚੱਲ ਕੁੜੀਏ ਤੂੰ ਕੰਮ ਕਰ
ਤੇਰਾ ਬਾਪੂ ਕਿੱਥੇ ਆ? ਉਹ ਆ ਹੁਣੇ ਗੁੱਸੇ ਚ ਬਾਹਰ ਨੂੰ ਗਿਆ। ਚੱਲ ਜਦੋਂ ਉਹਦਾ ਗੁੱਸਾ ਢਿਆਲਾ ਹੋ ਜੂ ਨਾ ਤੇ ਉਹਨੇ ਆ ਜਾਣਾ। ਕੋਈ ਨੀ। ਉਹ ਹੈਲੋ। ਉਹ ਹਾਂ ਯਾਰ ਆ ਗਿਆ 5 ਮਿੰਟ ਤਾਂ ਰੁਕ, ਬਸ ਆ ਗਿਆ। ਮੇਰਾ ਨਾਮ ਆ ਸੱਚਾ। ਮੈਂ ਸਾਰੇ ਪੰਜਾਬ ਚ ਚਿੱਟਾ ਹੀ ਚਿੱਟਾ ਕਰ ਦੇਵਾਂਗਾ। ਚਿੱਟਾ भाई 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 मार दे दे भाई भाई आ मेरी मार दिया तुम भाई मार दे दे प्लीज भाई भाई मार दे दे ਓਏ ਨਿੱਜੀ, ਓਏ ਇਹਦੇ ਨਾਲ ਦਾ ਤੇਰਾ ਪਿਛਲਾ ਹਿਸਾਬ ਦਾ ਪੂਰਾ ਹੋਣਾ। ਉਹ ਜੇ ਤੈਨੂੰ ਹੋਰ ਮਾਲ ਚਾਹੀਦਾ ਜਾ ਕਿਤੋਂ ਪੈਸੇ ਲੈ ਕੇ ਆ ਜਾ ਬਾਹੋ। ओ भाई कितों लिया मां हो रे भाई भाई कितों लिया मां बापू करे कलेश करता भाई ओ मसी मां तो बहाना लगा बटोर के नहीं आया भाई भाई ऐसा ना कर मार दे दे भाई ਓਏ ਇਹੀ ਤਾਂ ਫਰਕ ਹੁੰਦਾ ਬੇਬੇ ਤੇ ਬਾਪੂ ਵਿੱਚ। ਬਾਪੂ ਕਠੋਰ ਦਿਲ, ਟੁੱਟ ਤਾਂ ਜਾਣਗੇ ਪਰ ਝੁਕਦੇ ਨਹੀਂ। ਤੇ ਮਾਵਾ ਨਿਰੀਆਂ ਹੀ ਮੋਮ, ਮਾੜਾ ਜਿਹਾ ਸੇਕ ਲੱਗਦਾ ਹੀ ਵਿਗੜ ਜਾਂਦੇ। ਓਏ ਨਿੰਦੀ, ਜੇ ਤੈਨੂੰ ਮਾਲ ਚਾਹੀਦਾ ਨਾ ਪੈਸਾ ਲੈ ਆ, ਮਾਲ ਲੈ ਜਾ। ओ भाई कितों लिया मां और पैसा भाई ਓ ਮੇਰੇ ਵੱਲੋਂ ਚਾਹੇ ਕਰ ਚੋਰੀ ਤੇ ਚਾਹੇ ਮਾਰ ਡਾਕਾ, ਪੈਸਾ ਲੈ ਆ, ਮਾਲ ਲੈ ਜਾ। भाई नहीं भाई भाई प्लीज मार दे दे भाई भाई नहीं भाई ਓਏ ਕਾਲਿਆ, भाई ਜ਼ਰੂਰਤ ਤੇਰੀ भाई ਤੇ ਸਕੀਮਾਂ ਤੈਨੂੰ ਅਸੀਂ ਦਈਏ। भाई ਓਏ ਕਮਲਿਆ, ਜਾ ਘਰ ਜਾ, ਉਹ ਤੋਂ ਬਥੇਰਾ ਨੈਕ ਸੌਕਿਆ, ਜਾ ਲਿਆ ਚੱਕ ਕੇ ਗਹਿਣੇ ਧਰ ਦੇ, ਆ ਮਾਲ ਲੈ ਜਾ। भाई भाई मेरे को गहनेदारों में भी कोई चीज नहीं भाई भाई ऐसा ना कर भाई ਉਹ ਸੱਚ भाई ਤੇਰੇ ਕੋਲ ਤਾਂ ਮੋਟਰਸਾਈਕਲ ਸੀ ਓਏ। भाई वो तो बाहर खड़ा भाई ਓਏ ਉਰਾ ਕਰ, भाई ला भाई 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 मार दे दे भाई मार दे दे भाई ਓਏ ਕਮਲਿਆ, ਕੱਲ ਨੂੰ ਕਹਿ ਦੇਈ ਕਿ ਬਾਹਰ ਗਿਆ ਸੀ, ਚੋਰੀ ਹੋ ਗਿਆ। भाई मार दे दे भाई ਓ ਲੈ ਫੜ ਓਏ ਨਿੰਦੀ। मार दे दे भाई ਇਹ ਆ ਪੰਜਾਬ ਦੀ ਜਵਾਨੀ। ਚਲੋ ਨਿੰਦੀ, ਨਸ਼ਾ ਕਰ ਨਸ਼ਾ। ਸਾਰੇ ਪੰਜਾਬ 'ਚ ਨਸ਼ਾ ਹੀ ਨਸ਼ਾ ਕਰ ਦੇਊਗਾ। ਦਰਿਆ ਵਗਾ ਦੂੰਗਾ, ਦਰਿਆ। निंदी दी मां किथे आ ਨਾ ਕੀ ਹੋਇਆ? ਆ ਸਾਰਾ ਹੀ ਘਰ ਸਿਰ ਤੇ ਚੱਕੀ
ਦੀਆਂ ਕਰਤੂਤਾਂ ਸੁਣ ਲਾ। ਨਾ ਹੁਣ ਉਹਨੇ ਕੀ ਕੀਤਾ? ਕੀ ਕੀਤਾ? ਆ ਮੋਟਰਸਾਈਕਲ ਵੇਚ ਵਾੜ ਕੇ ਖਾ ਕੇ ਆ ਗਿਆ। ਉਹ ਨਹੀਂ ਉਹ ਮੈਨੂੰ ਦੱਸਦਾ ਸੀ ਰਾਤੀ ਯਾਰਾਂ ਦੋਸਤਾਂ ਨਾਲ ਮੇਲੇ ਤੇ ਗਿਆ ਸੀ। ਆ ਕਿਸੇ ਨੇ ਮੇਲੇ ਤੋਂ ਉਹਦਾ ਮੋਟਰਸਾਈਕਲ ਚੱਕ ਲਿਆ। ਉਹ ਤਾਂ ਹੁੰਦਾ ਹੋਇਆ ਆ ਥਾਣੇ ਰਿਪੋਰਟ ਜੀ ਵੀ ਲਿਖਾ ਕੇ ਆਇਆ। ਓ ਹੈਲੋ ਡੈਡ, ਹੈਲੋ। ਉਹ ਆ ਗਿਆ ਕੁੱਤਾ। ਕੀ ਗੱਲ ਹੋ ਗਈ? ਆ ਬੜੇ ਲੋਹੇ ਲੱਖਾ ਜਿਹਾ ਹੋਈ ਬੈਠਾ ਅੱਜ। ਆ ਤੇਰੀਆਂ ਕਰਤੂਤਾਂ ਕਰਕੇ ਚੱਲ ਫੜੇ ਕਰ। ਹੈਂ? ਆ ਕੁੱਤਿਆ ਮੈਨੂੰ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਬਾਹਰ। ਓਹੋ, ਉਹ ਫਿਰ ਬਾਹਰ ਜਾਣਾ ਕਾਹਤੋਂ ਆ? ਉਹ ਅੰਦਰੇ ਬੈਠੋ। ਆ ਨਾਲੇ ਤੁਹਾਡਾ ਮੂੰਹ ਕਿਹੜਾ ਕੋਈ ਈਦ ਦਾ ਚਾਨਿਆ ਆ ਜਿਹੜਾ ਲੋਕੀ ਦੀਦਾਰ ਕਰਨ ਨੂੰ ਖੜੇ ਆ। ਸ਼ਰਮ ਕਰ ਓਏ ਸ਼ਰਮ। ਬਕਵਾਸ ਕਰਦਾ ਕੁੱਤਾ। ਉਹ ਡੁੱਬ ਕੇ ਮਰ ਜਾ। ਸ਼ਰਮ ਤਾਂ ਕਰ ਲੈਂਦਾ। ਕੀ ਆਵਾ ਕਵਾ ਬੋਲੀ ਜਾਂਦੇ ਹੋ? ਤਾਂ ਇੱਕੋ ਇੱਕ ਆਪਣਾ ਮੁੰਡਾ ਆ। ਜੇ ਉਹਨੇ ਕੁਝ ਗੁੱਸੇ ਚ ਆ ਕੇ ਕਰ ਲਿਆ ਤਾਂ ਆਪਾਂ ਕੀ ਕਰਾਂਗੇ? ਕਹਦਾ ਨੇ ਜਿਹੜਾ ਕੱਲ ਮਰਨਾ ਇਹ ਅੱਜ ਮਰ ਜਵੇ। ਹੈਂ? ਮੇਰੀ ਗੱਲ ਸੁਣ ਲੈ। ਇਹ ਤੇਰੀਆਂ ਟੁੰਮਾਂ ਵੀ ਵੇਚਤੀਆਂ। ਇਹਨੇ ਘਰ ਦਾ ਸਾਰਾ ਸਮਾਨ ਵੇਚਤਾ। ਮੇਰੀ ਗੱਲ ਸੁਣ ਲੈ। ਕੱਲ ਨੂੰ ਜਾਣਾ ਨਾ ਤਸੀਲੇ ਇਹਨੂੰ ਮੈਂ ਬੇਦਖਲ ਕਰ ਦੇਣਾ। ਹਾਂ ਜਾਓ। ਨਾ ਜੇ ਮੁੰਡੇ ਨੇ ਗਲਤੀ ਕਰ ਹੀ ਲਈ ਆ ਇਹਦਾ ਮਤਲਬ ਇਹ ਤਾਂ ਨਹੀਂ ਉਹਨੂੰ ਘਰੋਂ ਕੱਢ ਦਿਓ। ਸਮਝਾ ਬੁਝਾ ਲਵਾਂਗੇ। ਭਾਈ ਜਾਨ ਨਿਕਲਦੀ ਜਾਂਦੀ ਅੱਜ। ਭਾਈ ਸੱਚੇ ਭਾਈ ਭਾਵੇਂ ਥੋੜਾ ਜਿਹਾ ਦੇ ਦੇ ਭਾਈ ਮਾਰ ਦੇ ਦੇ। ਓਏ ਨਿੰਦੀ, ਭਾਈ ਜਾਨ ਨਿਕਲਦੀ ਜਾਂਦੀ ਭਾਈ। ਓਏ ਤੈਨੂੰ ਕਿੰਨੀ ਵਾਰ ਕਿਹਾ ਹੋਵੇ, ਜੇ ਤੈਨੂੰ ਮਾਲ ਚਾਹੀਦਾ ਤਾਂ ਪੈਸਾ ਲੈ ਕੇ ਆ। ਭਾਈ ਐਨੀ ਪੈਸਾ ਭਾਈ ਕਿੱਥੋਂ ਲਿਆਵਾਂ? ਨਾ ਫਿਰ ਮਾਲ ਵੀ ਹੈ ਨਹੀਂ। ਜਾ ਦਬਾ ਹੋ। ਨਹੀਂ ਭਾਈ ਇਦਾਂ ਨਾ ਕਰ ਭਾਈ ਤੁਸੀਂ ਮਾਰ ਦੇ ਦੇ ਭਾਈ। ਭਾਈ ਜਾਨ ਨਿਕਲਦੀ ਜਾਂਦੀ ਆ ਭਾਈ ਮਾਰ ਦੇ ਦੇ ਭਾਈ। ਓਏ ਕਮਲਿਆ, ਜੇ ਤੈਨੂੰ ਮਾਲ ਚਾਹੀਦਾ ਤਾਂ ਮੈਂ ਇੱਥੇ ਫ੍ਰੀ ਨਹੀਂ ਲਾ ਕੇ ਬੈਠਾ। ਪੈਸਾ ਲੈ ਆ। ਵੀਰੇ ਤੂੰ ਇੱਥੇ ਕੀ ਕਰਦਾ? ਏ ਤੂੰ ਇੱਥੇ ਕਰਨਾ ਗਿਆ? ਤੂੰ ਚੱਲ ਕਰ ਨੂੰ। ਨਹੀਂ ਵੀਰੇ ਚੱਲ ਤੂੰ ਤੂੰ ਚੱਲ ਕਰ ਨੂੰ। ਨਹੀਂ ਭਾਈ ਵੀਰੇ। ਮਾਰ ਦੇ ਦੇ ਭਾਈ ਮਾਰ ਦੇ ਦੇ। ਓ ਨਿੰਦੀ, ਭਾਈ ਮਾਰ ਦੇ ਦੇ ਭਾਈ। ਪਲੀਜ਼ ਮਾਰ ਦੇ ਦੇ ਭਾਈ। ਓਏ ਨਿੰਦੀ, ਮਾਰ ਦੇ ਦੇ ਓਏ ਆ ਕੌਣਿਆ ਓਏ? ਭਾਈ ਇਹ ਮੇਰੀ ਭੈਣ ਆ ਭਾਈ। ਓਏ ਕਮਲਿਆ, ਤੂੰ ਤਾਂ ਕਹਿੰਦਾ ਸੀ ਤੇਰੇ ਕੋਲ ਗਹਿਣੇ ਰੱਖਣ ਲਈ ਕੁਝ ਵੀ ਨਹੀਂ ਹੋਏ। ਭਾਈ ਮੇਰੇ ਕੋਲ ਸੱਚੀ ਕੁਝ ਨਹੀਂ ਹੈਗਾ। ਓ ਜਰਾ ਦਿਮਾਗ ਤੇ ਜ਼ੋਰ ਪਾ ਕੇ ਦੇਖ, ਸ਼ਾਇਦ ਕੋਈ ਕਿਤੇ ਕੋਨੇ 'ਚ ਪਈ ਚੀਜ਼ ਰਹਿ ਗਈ ਹੋਵੇ। ਭਾਈ ਮੇਰੇ ਕੋਲ ਕੁਝ ਨਹੀਂ ਹੈਗਾ ਭਾਈ। ਓ ਨਿੰਦੀ, ਆ ਦੇਖ ਓਏ, ਭਾਈ ਮਾਰ ਦੇ ਦੇ ਭਾਈ ਮਾਰ ਦੇ ਦੇ ਭਾਈ। ਆ ਤੇਰੀ ਜ਼ਰੂਰਤ ਤੇ ਓਏ ਓ ਮੇਰੀ ਭੈਣ ਆ। ਲੈ ਦੱਸ ਕਮਲਾ, ਉਹ ਭਰਾਵਾ ਤੇਰੀ ਭੈਣ ਆ, ਮੈਂ ਕਦ ਕਿਹਾ ਕਿ ਮੇਰੀ ਆ? ਇੱਕ ਰਾਤ ਦੀ ਗੱਲ ਆ, ਕੱਲ ਨੂੰ ਆਈ ਤੇ ਲੈ ਜੀ। ਤੂੰ ਆਪਣੀ ਜ਼ਰੂਰਤ ਦੇਖ। ਓਏ ਆ ਦੇਖ ਕਮਲਿਆ, ਓਏ ਆ ਓਏ। ਭਾਈ ਮਾਰ ਦੇ ਦੇ। ਓਏ ਮਾਰ ਦੇ ਦੇ। ਭਾਈ ਮਾਰ ਦੇ ਦੇ ਭਾਈ। ਮਾਰ ਦੇ ਵੀਰੇ ਦੇ ਨਹੀਂ ਭਾਈ। ਵੀਰੇ ਨਾ। ਓਏ ਨਿੰਦੀ, ਓਏ ਤੂੰ ਆਪਣੀ ਜ਼ਰੂਰਤ ਪੂਰੀ ਕਰ। ਓਏ ਆ ਦੇਖ। ਭਾਈ ਮਾਰ ਦੇ ਦੇ ਭਾਈ ਮਾਰ ਦੇ ਦੇ ਭਾਈ। ਓ ਨਿੰਦੀ, ਓਏ ਨਿੰਦੀ, ਓਏ ਫੇਰ ਇੱਕ ਵਾਰ ਸੁਣ ਲਾ। ਓਏ ਆ ਦੇਖ ਇੱਧਰ। ਭਾਈ ਜਾਨ ਨਿਕਲਦੀ ਜਾਂਦੀ ਭਾਈ ਮਾਰ ਦੇ ਦੇ। ਭਾਈ ਮਾਰ ਦੇ ਦੇ ਭਾਈ ਮਾਰ ਦੇ ਦੇ। ਮਾਰ ਦੇ ਦੇ। ਓ ਭਰਾਵਾ ਤੂੰ ਦੇਖ ਲਾ, ਜੇ ਨਹੀਂ ਕਹਿੰਦਾ ਨਹੀਂ ਭਾਈ ਮਾਰ ਦੇ ਦੇ। ਭਾਈ ਮਾਰ ਦੇ ਦੇ ਭਾਈ ਮੈਂ ਮਰ ਜੂਗਾ ਭਾਈ ਦੇ ਦੇ ਮਾਰ ਭਾਈ ਮਾਰ। ਅੱਜ ਸੁਪਨੇ ਲੀਰ ਹੋਏ, ਰਿਸ਼ਤੇ ਤਿਰਕ ਗਏ, ਤੰਦਾਂ ਟੁੱਟ ਗਈਆਂ। ਇਤਾਂ ਨਸ਼ੇ ਨੇ ਲਹੂਦਾ ਰੰਗ ਚਿੱਟਾ, ਨਸ਼ਾ ਮੋਹ ਭੁੱਲ ਗਏ, ਸਾਂਝਾਂ ਮੁੱਕ ਗਈਆਂ। ਇੱਥੇ ਪੁੱਜ
ਛਾਲੇ ਮਾਰਦੇ ਵਹਿੰਦਾ ਅੰਮ੍ਰਿਤ ਜਿਨ੍ਹਾਂ ਦੀ ਧਾਰ ਅੰਦਰ ਹੁਣ ਨਸ਼ੇ ਦਰਿਆ ਵਗਿਆ ਖੇੜੇ ਖੁਸ਼ੀਆਂ ਬਰਕਤਾਂ ਰੁੱਸ ਗਈਆਂ ਖੇੜੇ ਖੁਸ਼ੀਆਂ ਬਰਕਤਾਂ ਰੁੱਸ ਗਈਆਂ ਖੇੜੇ ਖੁਸ਼ੀਆਂ ਬਰਕਤਾਂ ਰੁੱਸ ਗਈਆਂ ਖੇੜੇ ਖੁਸ਼ੀਆਂ ਬਰਕਤਾਂ ਕੀ ਗੱਲ ਨਿੰਦੀ ਦੇ ਬਾਪੂ ਤੂੰ ਕਿਉਂ ਢੇਰੀ ਢਾਈ ਆ ਆਪਣੇ ਸੰਦ ਚੱਕ ਤੇ ਕਿਰਤ ਕਰ ਜਿੱਦੀ ਦੀ ਮਾਂ ਹੁਣ ਮੇਰਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਕੀ ਮਿਲਿਆ ਮੈਨੂੰ ਕਿਰਤ ਕਰਕੇ ਦਸਾਂ ਲੋਹਾਂ ਦੀ ਕਿਰਤ ਕਰਕੇ ਕੀ ਮਿਲਿਆ ਆਰੀ ਦੇ ਹਰ ਚੀਜ਼ ਦੇ ਨਾਲ ਮੈਂ ਵਾਹਿਗੁਰੂ ਕਰਦਾ ਸੀ ਕੀ ਮਿਲਿਆ ਮੈਨੂੰ बेटा चल अंदर चले जा मैनू कन्या छड़ दे बस तू चले जा मैनू कन्या छड़ दे बुढ़िए चक अपना डंडी डोला ते मकान खाली कर आ देख इधर तेरे घर वाले ने अपना ये मकान मेरे नाम कराया आ देख ਇਹਦਾ ਮੁੱਠਾ ਲੱਗਾ ਤੇ ਆ ਦੌੜਦੀ ਉਹ ਤਾਂ ਬਾਹਰ ਗਿਆ ਆਉਂਦਾ ਹੀ ਹੋਣਾ ਆ 10-15 ਮਿੰਟ ਢੀਕ ਕਰ ਦੋ ਉਹ ਮੇਰੇ ਕੋਲ ਉਡੀਕ ਦਾ ਸਮਾਂ ਨਹੀਂ ਚੱਕ ਸਮਾਨ ਤੇ ਬਾਹਰ ਨਿਕਲ ਇੱਥੋਂ ਹਾਏ ਹਾਏ ਨਾ ਅਸੀਂ ਕਿੱਥੇ ਜਾਵਾਂਗੇ ਐਡੀ ਦੁਨੀਆ ਜਿੱਥੇ ਮਰਜੀ ਜਾਓ ਪਰ ਮੇਰਾ ਇਹ ਮਕਾਨ ਖਾਲੀ ਕਰ ਦੇ ਨੇਰ ਸਾਈਂਦਾ ਤੂੰ ਪਹਿਲਾਂ ਮੇਰੇ ਮੁੰਡੇ ਦੀ ਜਵਾਨੀ ਖਾ ਗਿਆ ਤੇ ਹੁਣ ਸਾਡਾ ਘਰ ਖੜਪਣਾ ਆ ਗਿਆ ਐ ਬੁੜੀਏ ਬਾਲਾ ਮੈਨੂੰ ਭਾਸ਼ਣ ਨਾ ਝਾੜ ਮਕਾਨ ਖਾਲੀ ਕਰਦੀ ਆ ਕਿ ਚੱਕ ਕੇ ਬਾਹਰ ਸੁੱਟਾ ਸਾਰਾ ਕੁਝ ਤੇਰਾ ਤੂੰ ਅਸੀਂ ਬੁੱਢੇ ਠੇਰੇ ਐਸੋ ਤਰ੍ਹਾਂ ਜਾਵਾਂਗੇ ਕਿੱਥੇ ਬਿਰਧ ਆਸ਼ਰਮ ਜਾਓ ਓਏ ਵੜ ਜਾ ਤੈਨੂੰ ਮੈਂ ਦੱਸਦਾ ਇਹ ਕਿੱਥੇ ਜਾਣਗੇ ਓ ਤੇਰਾ ਮੈਂ ਇੰਤਜ਼ਾਮ ਤਾਂ ਜੇਲ੍ਹ ਦੇ ਵਿੱਚ ਕਰਕੇ ਆਇਆ ਓਏ ਤੁਸੀਂ ਕੌਣ ਓਏ ਫਿਰ ਤੈਨੂੰ ਅਸੀਂ ਦੱਸਦੇ ਤੈਨੂੰ ਅਸੀਂ ਕੌਣ ਆ ਇਹ ਅਸੀਂ ਨੌਜਵਾਨ ਸਭਾ ਦਾ ਮੈਂਬਰ ਆ ਪਿੰਡ ਦੇ ਦੇ ਗੱਲ ਨੂੰ ਫਰੋੜੀ ਇਹਦੇ ਹੀ ਪੰਗਣੇ ਵਾਲੇ ਉਹ ਨਾਲੇ ਤੈਨੂੰ ਮੈਂ ਆਪਣੀ ਅੱਖਾਂ ਨਾਲ ਵੇਖਿਆ ਸੀ ਉਹ ਦੋ ਦਿਨ ਕਿਡਨੈਪ ਕਰਕੇ ਲੈ ਜਾਂਦਾ ਸੀਗਾ ਤੂੰ ਦੱਸ ਕਿੱਥੇ ਆ ਉਹ ਤੁਹਾਨੂੰ ਕੋਈ ਗਲਤ ਫਹਿਮੀ ਹੋਈ ਆ ਮੈਂ ਇਦਾਂ ਦਾ ਬੰਦਾ ਨਹੀਂਗਾ ਮੈਂ ਦੱਸਦੀ ਐ ਕਿਦਾਂ ਦਾ ਬੰਦਾ ਆ ਬਾਹਰ ਸੁਣ ਯਾਰ ਤੇਰੇ ਓਏ ਮੈਂ ਦੱਸਦੀ ਐ ਓਏ ਕਿਦਾਂ ਦਾ ਬੰਦਾ ਓਏ ਮੇਰੇ ਮੁੰਡੇ ਨੂੰ ਨਸ਼ੇ ਤੇ ਲਾਤਾ ਓਏ ਇਹਨੇ ਮੇਰੇ ਮੁੰਡੇ ਦੀ ਜਵਾਨੀ ਖਾ ਲਈ ਉਹ ਮੇਰੀ ਗੱਲ ਕਰਦਾ ਉਹ ਗੱਲ ਤਾਂ ਸੁਣੋ ਓਏ ਦੱਸ ਕਿੱਥੇ ਆ ਲੋਕ ਜੀ ਓਏ ਯਾਰ ਇਹਨੇ
ਪਿੰਡ 'ਚ ਨਸ਼ਾ ਹੀ ਨਸ਼ਾ ਕੀਤਾ ਆ। ਉਹ ਪਿੰਡ ਕੀ ਇਹਨੇ ਦਾ ਸਾਰਾ ਇਲਾਕਾ ਹੀ ਕਰ ਦਿੱਤਾ ਨਸ਼ੇੜੀ। ਉਹ 14 ਸਾਲ ਦੇ ਬੱਚੇ ਲਾਦੇ ਨਸ਼ਿਆਂ ਦੇ ਨੇ। ਦੱਸ ਮੇਰਾ ਮੁੰਡਾ ਕਿੱਥੇ ਆ? ਦੱਸੋ ਕੀ ਕਿੱਥੇ ਆ? ਪਾਪਾ ਕਿੱਥੇ ਆ? ਦੱਸ। ਉਹਨੂੰ ਮੈਂ ਹੀ ਕਿਡਨੈਪ ਕੀਤਾ ਆ। ਉਹਨੂੰ ਮੈਂ ਹੀ ਕਿਡਨੈਪ ਕੀਤਾ। ਦੇਖਿਆ ਓਏ ਓਏ ਕਰ ਫੋਨ। ਉਹ ਮੈਨੂੰ ਫੋਨ ਕਰਦਾ ਦਿਓ। ਉਹ ਮੇਰੀ ਫਾਇਦਾ ਨਿਕਲ ਦਿਓ ਕਿ ਕੋਈ ਯਾਰ ਫੋਨ ਕਰ ਲਾ ਫੋਨ ਬੜਾ ਫੋਨ। ਉਹ ਹੈਲੋ। ਉਹ ਭਰਾਵਾ ਸਾਰਾ ਪਿੰਡ ਇਕੱਠਾ ਹੋਇਆ। ਉਹ ਸਾਰਾ ਪਿੰਡ ਇਕੱਠਾ ਹੋਇਆ। ਉਹ ਭਰਾਵਾ ਦੌਲਤੀ ਨੂੰ ਲੈ ਆਓ। ਉਹ ਜਲਦੀ ਲੈ ਕੇ ਆ ਜਾਓ। ਉਹ ਇਹਨਾਂ ਨੇ ਭਰਾਵਾ ਮੈਨੂੰ ਕੁੱਟ ਕੇ ਮਾਰ ਦੇਣਾ। ਉਹ ਆ ਜਾਓ ਭਰਾਵਾ ਜਲਦੀ। ਸਾਰਾ ਉਹਦਾ ਨਿੱਕ ਸੁੱਕ ਪਕਾ ਕੇ ਰੱਖਦਾ ਇਹਨੇ। ਘਾਟਾ ਭਾੜਾ। ਉਹ ਮੈਂ ਹੀ ਨੈਕ ਸੁੱਕ ਬਗਾਇਆ ਉਹਦਾ। ਨਿੱਕ ਸੁੱਕ ਦੀ ਕੋਈ ਗੱਲ ਨਹੀਂ। ਮੇਰੇ ਮੁੰਡੇ ਦੀ ਤੂੰ ਜ਼ਿੰਦਗੀ ਬਰਬਾਦ ਕਰਦੀ ਆ। ਉਹ ਕਿੱਥੋਂ ਆਏਗੀ? ਉਹਦੀ ਜਵਾਨੀ ਬਾਤ ਸੀ। ਬੇਬੇ। ਕੱਖ ਨਾ ਰਹੇ ਤੇਰਾ। ਬਾਪੂ ਹਿੰਦੀ ਆ ਗਿਆ। ਮੈਨੂੰ ਮਾਫ ਕਰ ਦੇ। ਮੈਂ ਇੰਨਾ ਪੜ੍ਹਿਆ ਲਿਖਿਆ ਪਰ ਮੈਨੂੰ ਕਿਤੇ ਵੀ ਨੌਕਰੀ ਨਾ ਮਿਲੀ। ਮੈਂ ਥਿੜਕ ਗਿਆ ਸੀ। ਨਸ਼ਿਆਂ ਦੀ ਦਲਦਲ ਵਿੱਚ ਐਸਾ ਫਸਿਆ ਕਿ ਮੁੜ ਕੇ ਬਾਹਰ ਹੀ ਨਹੀਂ ਨਿਕਲ ਹੋਇਆ। ਮੈਨੂੰ ਮਾਫ ਕਰ ਦੇ ਬੇਬੇ। ਮੈਨੂੰ ਮਾਫ ਕਰ ਦੇ। ਪੁੱਤ ਸਿਆਣੇ ਕਹਿੰਦੇ ਆ ਜਦੋਂ ਜਾਗੋ ਉਦੋਂ ਹੀ ਸਵੇਰਾ। ਆ ਦੇਖ ਵੀ ਤਾਂ ਆਪਣੇ ਪਿੰਡ ਦੇ ਹੀ ਨੌਜਵਾਨ ਆ। ਇਹਨਾਂ ਨੇ ਸਰਦਾਰ ਭਗਤ ਸਿੰਘ ਨੌਜਵਾਨ ਸਭਾ ਬਣਾਈਆਂ। ਇਹਨਾਂ ਨੂੰ ਵੀ ਆਪਣੀ ਉਸ ਸਭਾ ਦੇ ਵਿੱਚ ਲਓ ਜਿੱਥੇ ਨਸ਼ਾ ਛੱਡਦੇ ਆ। ਉਹਨਾਂ ਤੋਂ ਲੈ ਕੇ ਜਾਓ। ਇਹ ਵੀ ਸਮਾਜ ਲਈ ਕੋਈ ਚੰਗਾ ਕੰਮ ਕਰਨ। ਉਹੀ ਕੰਮ ਜਿਹੜਾ ਸਰਦਾਰ ਭਗਤ ਸਿੰਘ ਨੇ ਆਪਣੇ ਸੁਪਨਿਆਂ ਵਿੱਚ ਸੱਜਿਆ ਸੀ। ਵੀਰ ਜੀ ਮੈਨੂੰ ਵੀ ਮਾਫ ਕਰ ਦਿਓ। ਮੈਂ ਵੀ ਤੌਬਾ ਕਰਦਾ ਕਿ ਅੱਜ ਤੋਂ ਬਾਅਦ ਕੋਈ ਨਸ਼ਾ ਨਹੀਂ ਵੇਚੂਗਾ। ਮੈਨੂੰ ਮਾਫ ਕਰ ਦਿਓ ਵੀਰ ਜੀ। ਕੀ ਸਾਡੀ ਇਹ ਗਲਤੀ ਮਾਫ ਕਰਨਯੋਗ ਹੈ? ਤੁਹਾਡੀ ਗਲਤੀ ਬਖਸ਼ੀ ਜਾਊਗੀ ਜੇ ਤੁਸੀਂ ਪ੍ਰਣ ਕਰਦੇ ਆ ਕਿ ਇੱਕ ਮੁੱਠ ਹੋ ਕੇ ਸਾਡੇ ਨਾਲ ਇਸ ਸੰਘਰਸ਼ ਦੇ ਨਾਲ ਜੁੜਦੇ ਹੋ। ਠੀਕ ਹੈ? ਤੇ ਆ ਦੋਤੀ ਤੂੰ ਬੜਾ ਯਾਰ ਅਜੇ ਵੀ 10 ਬੈਠਾ ਹੈ। ਇਹਦੀ ਉਦਾਸੀ ਦਾ ਮੇਰੇ ਕੋਲ ਹੱਲ ਆ। ਬਸ ਇਹਨੇ ਆਪਣੀ ਦਸਾਂ ਨੂੰਹਾਂ ਦੀ ਕਿਰਤ ਕਰਨੀ ਆ। ਚੱਕ ਕਰ ਦੇ। ਤੇ ਮੁੰਡੇ ਹੁਣ ਨੌਜਵਾਨ ਸਭਾ 'ਚ ਜਾਣਗੇ। ਇਨਕਲਾਬ ਜਿੰਦਾਬਾਦ। ਇਨਕਲਾਬ ਜਿੰਦਾਬਾਦ। ਸਵੇਰ ਦਾ ਭੁੱਲਾ ਜੇ ਸ਼ਾਮ ਨੂੰ ਘਰ ਆਵੇ ਤਾਂ ਭੁੱਲਾ ਨਹੀਂ ਹੋਵੇਗਾ। ਸੋ ਇਸੀ ਆਜ਼ਾਦ ਰੰਗਮੰਚ ਕਲਾ ਭਵਨ ਫਗਵਾੜਾ ਦੇ ਕਲਾਕਾਰ ਸਾਡੇ ਦਰਮਿਆਨ ਸਾਡਾ ਪੁਰਾਣਾ ਐਕਟਰ ਜਿਹੜਾ ਬਚਪਨ ਤੋਂ ਸਾਡੇ ਨਾਲ ਕੰਮ ਕਰਦਾ ਆ ਅਰਬ ਕੰਟਰੀ ਤੋਂ ਆਇਆ ਅਜੇ ਕੁਮਾਰ ਬਾਂਸਲ ਸਾਡੇ ਦਰਮਿਆਨ ਹੈ। ਔਰ ਜ਼ੋਰਦਾਰ ਤਾੜੀਆਂ ਉਹਦੇ ਨਾਲ ਸਾਡੇ ਸੀਨੀਅਰ ਐਕਟਰ ਬਲਵਿੰਦਰ ਪ੍ਰੀਤ ਦੇ ਬ੍ਰਦਰ ਬਾਹਰਲੇ ਵਿਦੇਸ਼ਾਂ ਦੀ ਧਰਤੀ ਤੋਂ ਅੱਜ ਸਾਡੇ ਇਸ ਨਾਟਕ ਵਿੜੇ ਵਿੱਚ ਆਏ। ਉਹਨਾਂ ਨੂੰ ਵੀ ਜੀ ਆਇਆਂ। ਦੋਸਤ ਦੇ ਰੋਲ ਵਿੱਚ ਦੀਪਕ ਨਾਹਰ, ਪਰਮਜੀਤ ਕੌਰ, ਪਰਮਜੀਤ ਕੌਰ ਇੰਗਲਿਸ਼ ਐਮਏ ਹੈ, ਬੀਐਡ ਹੈ, ਇੰਗਲਿਸ਼ ਮੀਡੀਅਮ ਦੇ ਸਕੂਲ ਵਿੱਚ ਇੰਗਲਿਸ਼ ਦੀ ਲੈਕਚਰਰ ਹੈ। ਸਾਡੇ ਸੀਨੀਅਰ ਕਲਾਕਾਰ ਦੀਪਕ ਫਲੋਰ, ਸੀਨੀਅਰ ਕਲਾਕਾਰ ਹੈ। ਪਰਮਿੰਦਰ ਵਡਾਲੀ, ਜ਼ੋਰਦਾਰ ਤਾੜੀਆਂ ਲਾਓ। ਪਰਮਿੰਦਰ ਵਡਾਲੀ ਦੇ ਨਾਮ ਤੇ ਮਾਮਾ ਸਾਊ ਪੁੱਤ ਜੰਮਦੀਆਂ ਨੇ ਤੇ ਆਜ਼ਾਦ ਰੰਗਮੰਚ ਦੇ ਹਵਾਲੇ ਕਰ ਦਿੰਦੀਆਂ ਨੇ, ਜਿਨ੍ਹਾਂ ਨੂੰ ਕਦੇ ਸੁੱਚਾ ਬਣਨਾ ਪੈਂਦਾ, ਕਦੇ ਕੋਈ ਬਦਮਾਸ਼ ਬਣਨਾ ਪੈਂਦਾ। ਵਿਦੇਸ਼ਾਂ ਦੀ ਧਰਤੀ ਤੋਂ ਵੀ ਘੁੰਮ ਕੇ ਆਇਆ ਪਰ ਨਸ਼ੇ ਨੂੰ ਕਦੇ ਵੀ ਹੱਥ ਨਹੀਂ ਲਾਇਆ। ਨੀਤੂ, ਕਲਾਕਾਰ ਹੈ ਪਵਨ, पवन और कविता भी लिखता है। विवेक, वो एक सीनियर कलाकार है। मास्टर सुंदर जी म्यूजिक से ज्ञान जी साढ़े विचार आए, उन्होंने भी जी आया। सुरेंद्र कुमार जी का सारा परिवार आया, सारे पुराने सारे सारे ने जी आया। इंद्रजीत जी साढ़े दरमियान हैं, काफी पढ़ने वाले हैं।
ਲੋਕ ਕਲਾ ਮੰਚ ਇੱਟਾ ਤੇ ਸਾਰੇ ਮੈਂਬਰਾਂ ਨੂੰ ਅਸੀਂ ਛੋਟੇ ਛੋਟੇ ਸਨਮਾਨ ਚੰਦ ਦੇ ਰਹੇ ਹਾਂ। आजाद रंगमंच के सारे कलाकार आ जाओ। इंद्रजीत रूपेवाल जी साडे मित्र हन, साडे साथी हन, साडे भरा हन। सो मास्टर ज्ञान जी आ जाओ, आओ, बिना कहन तो आया करो, तुसी तो साडे रहनुमा हो। आ जाओ मास्टर ज्ञान जी। कपूर जी अगे आओ, पीछे ना जाओ। बारी बारी सारे कौन, कपूर जी आओ। मैं रेनू बांसल जी ਨੂੰ ਗੁਜ਼ਾਰਿਸ਼ ਕਰਦੀ ਹਾਂ ਕਿ ਮੈਡਮ ਦੇ ਗਲ ਵਿੱਚ ਆਨਰ ਪਾਉਣ। मैडम देखियो प्लीज मैम। थैंक यू जी, थैंक यू सो मच। अनमोल खूबसूरत आवाज के नाम दे कुड़ी जोरदार ताड़ियां। मैडम देखियो प्लीज मैडम जी, थैंक यू जी। कोई रह गया हो? रूपेवाल जी बहुत दूर दराडे भी ਅਸੀਂ ਇਕੱਠੇ ਗਏ ਹਾਂ। ਲਖਨਊ ਇੱਕ ਵਾਰੀ ਬਾਬਾ ਸਾਹਿਬ ਬਾਰੇ ਵਰਲਡ ਲੈਵਲ ਦੀ ਕਾਨਫਰੰਸ ਸੀ, ਉੱਥੇ ਵੀ ਅਸੀਂ ਇਕੱਠੇ ਹੋਏ ਸਾਂ। सर जी ਕਈ ਦਿਨ ਲਖਨਊ ਵਿੱਚ ਰਹੇ। थैंक यू सर। ਗੜਸ਼ੰਕਰ ਤੋਂ ਮੇਰੇ ਸਾਡੇ ਸਾਥੀ ਆਏ ਹਨ, ਵਿਜੇ ਪੱਟੀ ਜੀ। ਉਹਨਾਂ ਨੂੰ छोटा जा सम्मान करके बड़ी खुशी ले रहे हैं। सर जी सर सारे का बहुत बहुत शुक्रिया तुसी आए। नैंसी नैंसी रोड़ा जी भाभी तुसी आओ। मैडम आओ प्लीज। रेखा सॉरी अच्छा मास्टर ज्ञान जी ढेर सारा मान हर वारी दे के जाते आ, साडे लिए लखां करोड़ां के बराबर है। उन्हां दे वल्लों चल के इस नेक कमाई नूं आजाद रंगमंच बहुत वड्डे अर्थ देवेगा, अपने लोड़ींदे कारजां विच लावेगा। थैंक यू मैम। ते असीं चाहुंदे हां मास्टर ज्ञान जी अपने इलाके विच प्रोग्राम लिखो, चाहे अपना जिहड़ा नवा गुरुद्वारा बन रहा है दरबार, उस विच बाबा साहब के नाम से असीं नाटक करिए। कलसी जी सारिਆਂ ਦਾ ਧੰਨਵਾਦ ਕਰਨਗੇ। ਜਿਹੜੇ ਨਾ ਆਪਣੇ ਆਜ਼ਾਦ ਰੰਗਮੰਚ ਦੇ ਕਲਾਕਾਰ ਹੈ, ਉਹਨਾਂ ਦੀ ਗੱਲ ਕਰਨੀ ਭੁੱਲ ਗਿਆ ਸੀ ਉਦੋਂ। ਅੱਜ ਪਟਿਆਲੇ ਇੱਕ ਵੱਡਾ ਫੰਕਸ਼ਨ ਸੀ, ਗੁਰੂ ਸਾਹਿਬ ਵੀ ਕੱਲ੍ਹ ਜਾ ਰਹੇ ਉਸ ਫੰਕਸ਼ਨ ਦੇ ਵਿੱਚ। ਉੱਥੇ ਗੱਲ ਚੱਲੀ ਸੀ ਕਿ ਰੰਗਮੰਚ ਦੇ ਵਿਕਾਸ ਦੇ ਵਿੱਚ ਜਿਹੜੇ ਸਾਡੇ ਥੀਏਟਰ ਹਾਊਸ ਹੈ, ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ। ਗਿਣਤੀ ਵੀ ਹੋਈ ਬਹੁਤ ਸਾਰੇ ਪੰਜਾਬ ਦੇ, ਮਾਰਸ਼ਾਲਾ ਤੋਂ ਲੈ ਕੇ ਮੈਣੀ ਸਾਹਿਬ ਵੀ ਉਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਸੀ, ਨੀਨਾ ਟਵਾਣਾ ਉਹਨਾਂ ਦਾ ਥੀਏਟਰ ਸੀ ਉਹ ਵੀ ਹਾਜ਼ਰ ਸੀ, ਜਸਵੰਤ ਦਮਨ ਹਾਜ਼ਰ ਸੀ, ਔਲਖ ਸਾਹਿਬ ਦੇ ਮਿਸਿਸ ਹਾਜ਼ਰ ਸੀ,
ਮੋਹਨ ਬੱਗੜ ਹੁਣੀ ਹਾਜ਼ਰ ਸੀ, ਜਿੰਨੇ ਸਾਡੇ ਪੰਜਾਬ ਦੇ ਵੱਡੇ ਫਿਲਮ ਦੇ ਸਟਾਰ ਤੁਹਾਡੇ, ਜਿੰਨੇ ਟੀਵੀ ਦੇ ਆਰਟਿਸਟ ਤੇ ਰੰਗਮੰਚ ਦੇ ਲਗਭਗ ਕਾਫੀ ਵੱਡੀ ਗਿਣਤੀ ਦੇ ਵਿੱਚ ਸੀ। ਜਦੋਂ ਇਹ ਗੱਲ ਆਈ ਕਿ ਫਗਵਾੜੇ ਦੇ ਵਿੱਚ ਇੱਕ ਬਿਲਕੁਲ ਸਧਾਰਨ ਜਿਹਾ ਬੰਦਾ ਆਪਣੀ ਸਾਰਾ ਕੁਝ ਘਰ ਨਾਲ ਬਣਾ ਕੇ ਇੱਕ ਥੀਏਟਰ ਹਾਊਸ ਬਣਾ ਕੇ ਬੈਠਾ ਹੈ, ਰਣਜੀਤ ਗਮਨੂ ਦਾ ਕੇਵਲ ਢਾਲੀ ਵਾਲੇ ਗੱਲ ਕਰ ਰਹੇ ਸੀ, ਤੇ ਉਸ ਵੇਲੇ ਸਾਡਾ ਸੀਨਾ ਇਹਦਾ ਚੌੜਾ ਹੋ ਗਿਆ ਤੇ ਵਰਲਡ ਥੀਏਟਰ ਦੀ ਗੱਲ ਹੋਵੇ, ਵਰਲਡ ਥੀਏਟਰ ਦੇ ਕੰਟੈਕਸਟ ਦੇ ਵਿੱਚ ਆਜ਼ਾਦ ਰੰਗਮੰਚ ਕਲਾ ਭਵਨ ਦੀ ਗੱਲ ਹੋਵੇ, ਇਹ ਅੱਜ ਦੇ ਜਿਹੜੇ ਕਲਾਕਾਰ ਹੈ ਇਹਨਾਂ ਦੀ ਬਹੁਤ ਵੱਡੀ ਪ੍ਰਾਪਤੀ ਹੈ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇਹਨਾਂ ਕਲਾਕਾਰਾਂ ਦੀ ਪੰਜਾਬ ਸੰਗੀਤ ਨਾਟਕ ਅਕੈਡਮੀ ਵੱਲੋਂ ਕੋਈ ਵਰਕਸ਼ਾਪ ਲਾਵਾਂਗੇ ਇੱਥੇ, ਇਸ ਨੂੰ ਬਣਾ ਕੇ ਕਲਾਕਾਰਾਂ ਦੀ ਇੱਕ ਹੱਬ ਬਣਾਵਾਂਗੇ ਇੱਥੇ, ਤਾਂ ਕਿ ਵਧੀਆ ਕਲਾਕਾਰ ਹੋਰ ਵੀ ਵਧੀਆ ਬਣ ਸਕਣ। ਤੇ ਤੁਹਾਡੀ ਉਹਨਾਂ ਦੇ ਕਲਾ ਦੀ ਉਹਨਾਂ ਨੇ ਬਹੁਤ ਤਾਰੀਫ ਕੀਤੀ, ਜਿਹੜੇ ਉਹਨਾਂ ਨੇ 2 ਪਲੇ ਕਹਿੰਦੇ ਮੈਂ ਦੇਖੇ, ਉਹ ਕਹਿ ਨਹੀਂ ਸਕਦੇ ਕਿ ਵੀ ਇਹ ਕਲਾਕਾਰ ਕੋਈ ਸਿੱਖਿਆ ਪ੍ਰਾਪਤ ਨਹੀਂ ਹੈ ਜਾਂ ਸਿਖਲਾਈ ਪ੍ਰਾਪਤ ਨਹੀਂ ਹੈ। ਸੋ ਇਹ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਦੀਪਕ ਕਿੱਥੇ, ਜੇ ਦੀਪਕ ਨਾਲ ਕਿਤੇ ਬੈਠਾ ਹੈ ਥੋੜੇ ਕਮਾਲ ਹੈ ਇਹ ਚੀਜ਼ ਜਿਹੜੀ ਹੈ, ਕਲਾਕਾਰ ਹੈ ਇਹ ਕਮਾਲ ਦੇ ਜਿਹੜੇ ਹੈਗੇ ਪਰਵਿੰਦਰ ਹੋਣੀ ਸਾਰੇ ਪਰਮਿੰਦਰ ਹੋਣੀ, ਇਹ ਆਪਣੇ ਆਪ ਦੇ ਵਿੱਚ ਮਿਸਾਲ ਹੈ ਕਿ ਜੇ ਯੂਨੀਵਰਸਿਟੀ ਦੇ ਥੀਏਟਰ ਡਿਪਾਰਟਮੈਂਟ ਦੇ ਸੁਨੀਤਾ ਧੀਰ ਮੇਰੇ ਨਾਲ ਬੈਠੇ ਸੀ, ਬਿਲਕੁਲ ਉਹਨਾਂ ਨੇ ਇੱਛਾ ਕੀਤੀ ਕਿ ਕਿਹੜਾ ਥਾਂ ਹੈ ਮੈਨੂੰ ਦੱਸੋ ਕਿੱਥੇ ਤੋਂ ਫਗਵਾੜੇ ਜਦੋਂ ਲੰਘਦੇ ਹਾਂ ਅਸੀਂ ਜੇ ਆਈਏ ਤਾਂ ਅਸੀਂ ਉਹਨਾਂ ਨੂੰ ਆਪਾਂ ਬੁਲਾਵਾਂਗੇ ਇੱਥੇ, ਸੁਨੀਤਾ ਧੀਰ ਜੀ ਆਉਗੀ ਇੱਥੇ। ਤੇ ਦਿਓਲ ਸਾਹਿਬ ਨਾਲ ਤਾਂ ਪੱਕੀ ਦਿਓਲ ਮੈਡਮ ਨਾਲ ਪੱਕੀ ਗੱਲ ਕਰੇ ਲਈ ਅਸੀਂ ਕਿ ਉਹ ਉਸ ਵੇਲੇ ਹੈਡ ਹੈ ਥੀਏਟਰ ਡਿਪਾਰਟਮੈਂਟ ਦੇ, ਉਹ ਵੀ ਆਉਗੇ 100% ਆਉਗੇ ਇੱਥੇ। ਸੋ ਆਪਾਂ ਉੱਦਾਂ ਦੀਆਂ ਸ਼ਖਸੀਅਤਾਂ ਜਿਹੜੀ ਸਾਡੇ ਨਾਲ ਜਿਹੜੀਆਂ ਥੀਏਟਰ ਦੀਆਂ ਮਹਾਨ ਵੱਡੀਆਂ ਹੈ, ਜਿਹੜੇ ਸੁਨੀਤਾ ਧੀਰ ਦਾ ਨਾਮ ਸੁਣਿਆ ਹੁਣ ਸਾਰੀ ਪੰਜਾਬੀ ਫਿਲਮਾਂ ਜਾਮ ਕਰਕੇ ਹੁੰਦੇ ਹੈ, ਤੇ ਸਾਰੀ ਉਮਰ ਉਹਨਾਂ ਨੇ ਐਕਟਿੰਗ ਦਾ ਜਿਹੜਾ ਪੇਪਰ ਹੁੰਦਾ ਉਹਨੂੰ ਪੜ੍ਹਾਇਆ, ਐਕਟਿੰਗ ਕਿਵੇਂ ਕਰਨੀ ਹੈ ਐਕਟਿੰਗ ਦਾ ਹੀ ਪੇਪਰ ਪੜ੍ਹਾਇਆ ਉਹਨਾਂ ਨੇ। ਜੇ ਉਹਨਾਂ ਨੇ ਕਿਹਾ ਕਿ ਮੈਂ ਫਗਵਾੜੇ ਜਾਣਾ ਚਾਹੁੰਦਾ, ਇਹ ਤੁਹਾਡੀ ਬਹੁਤ ਵੱਡੀ ਪ੍ਰਾਪਤੀ ਹੈ। ਤਾਂ ਮੈਨੂੰ ਬੜਾ ਮਾਣ ਹੋਇਆ ਜਦੋਂ ਕਿ ਮੇਰਾ ਕੋਈ ਵੱਡਾ ਹੈ ਨਹੀਂ, ਕਾਫੀ ਵੱਡਾ ਕਰ ਰਿਹਾ ਮਾਣ ਮੈਨੂੰ ਲੱਗਦਾ ਹੈ ਕਿ ਅੱਜ ਵਰਲਡ ਥੀਏਟਰ ਡੇ ਤੇ ਸਭ ਤੋਂ ਵੱਡਾ ਗਿਫਟ ਇਹੀ ਸੀ ਜਿਹੜਾ ਤੁਸੀਂ ਸਾਨੂੰ ਆਜ਼ਾਦ ਰੰਗਮੰਚ ਕਲਾ ਭਵਨ ਦੇ ਵਿੱਚ ਜੋ ਅੱਜ ਪਲੇ ਹੋਇਆ, ਜਿਸ ਨੂੰ ਕਿ ਲਿਖਿਆ ਰਾਈਟਰ ਦਵਿੰਦਰ ਕੁਮਾਰ ਜੀ, ਜਿਨ੍ਹਾਂ ਨਾਲ ਤੁਹਾਨੂੰ ਆਪਾਂ ਗੱਲਬਾਤ ਕਰਵਾਵਾਂਗੇ ਤੇ ਪੁੱਛਾਂਗੇ ਉਹਨਾਂ ਨੂੰ ਇਸ ਪਲੇ ਬਾਰੇ ਕੁਝ। ਜੀ, ਮੇਰਾ ਨਾਮ ਦਵਿੰਦਰ ਕੁਮਾਰ ਹੈ। ਮੈਂ ਪੰਜਾਬੀ ਨਾਟਕਕਾਰੀ ਦੇ ਵਿੱਚ ਚੌਥੀ ਪੀੜ੍ਹੀ ਦੇ ਨਾਟਕਕਾਰ ਵਜੋਂ ਜਾਣਿਆ ਤੇ ਪਛਾਣਿਆ ਜਾਂਦਾ। ਬਹੁਤ ਸਾਰੇ ਨਾਟਕ ਲਿਖੇ। ਜਿਹੜਾ ਅੱਜ ਨਾਟਕ ਇੱਥੇ ਹੋਇਆ ਇਹ ਹੈ ਜੇ ਸਾਡੇ ਪੰਜਾਬ ਦੀ ਜਿਹੜੀ ਇੱਕ ਤਰਾਸਦੀ ਹੈ ਕਿ ਪੰਜਾਬ ਦਾ ਯੂਥ ਜਿਹੜਾ ਇਸ ਵਕਤ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਆ ਚੁੱਕਾ ਹੈ। ਉਹਦੇ ਨਾਲ ਸਿਰਫ ਯੂਥ ਨਹੀਂ, ਪੂਰਾ ਸਾਡਾ ਸਮਾਜ, ਪੂਰਾ ਸਾਡਾ ਸੱਭਿਆਚਾਰ, ਸਾਡੇ ਪੰਜਾਬ ਦੀ ਪੂਰਾ ਜਿਹੜਾ ਹੈ ਕਿਸਮ ਦਾ ਨਸ਼ਿਆਂ ਨੇ ਉਸ ਨੂੰ ਹੜੱਪ ਲਿਆ। ਉਹ ਇੱਕ ਤਰਾਸਦੀ ਨੂੰ ਇੱਕ ਰੰਗਮੰਚ ਦੇ ਮਾਧਿਅਮ ਨਾਲ ਕਿਵੇਂ ਪੇਸ਼ ਹੋਣਾ, ਉਹ ਤਬਾਹੀ ਜਿਹੜੀ ਹੈ ਉਸ ਵਿਅਕਤੀ ਦੀ ਵੀ ਹੈ, ਉਸ ਪਰਿਵਾਰ ਦੀ ਵੀ ਹੈ, ਉਸ ਦੀ ਇਕੋਨਮੀ ਦੀ ਵੀ ਹੈ, ਅਤੇ ਸਮੁੱਚੀ ਸਾਡੀ ਜਿਹੜੀ ਪੰਜਾਬੀਅਤ ਨਾਲ ਜੁੜੀ ਹੈ ਕਿ ਅਸੀਂ ਉਹ ਕੌਮ ਹੈ ਜਿਹੜੀ ਅਸੀਂ ਬਹੁਤ ਉੱਚੇ ਸਿਰ ਵਾਲੇ ਹਾਂ। ਅਤੇ ਉਹ ਉਸ ਨੂੰ ਥੋੜ੍ਹਾ ਜਿਹਾ ਨੀਵਾਂ ਇਸ ਕਰਕੇ ਹੋਣਾ ਪਿਆ ਕਿ 5 ਦਰਿਆਵਾਂ ਦੀ ਧਰਤੀ, 5 ਦਰਿਆਵਾਂ ਦੀ ਧਰਤੀ ਜਿਹਦੇ ਵਿੱਚ ਅਸੀਂ ਮੰਨਦੇ ਕਿ 5 ਅੰਮ੍ਰਿਤ ਦੀਆਂ ਧਾਰਾਂ ਬੈਠ ਰਹੀਆਂ, ਅਤੇ ਉਹਦੇ ਵਿੱਚ ਇਹ ਜ਼ਹਿਰ ਕਿੱਥੋਂ ਘੁਲ ਗਈ, ਕਿਸ ਨੇ ਘੋਲ ਦਿੱਤੀ, ਇਹਦੇ ਜ਼ਿੰਮੇਵਾਰ ਕੌਣ ਹੈ। ਸੋ ਇਸ ਲਈ ਇਹ ਮੇਰੇ ਦਿਮਾਗ 'ਚ ਇਸ ਚੀਜ਼ ਦਾ ਸੀ ਕਿ ਨਸ਼ਿਆਂ ਦੇ ਇਸ ਕੋਡ ਨੂੰ ਖਤਮ ਕੀਤਾ ਜਾਵੇ। ਇਹਦੇ ਲਈ ਕੌਣ ਅੱਗੇ ਆਵੇ, ਅਸੀਂ ਸਰਕਾਰ 'ਤੇ ਕਿੰਨੀ ਕੋਟ ਕਰ ਸਕਦੇ ਹਾਂ, ਇਸ ਦੇ ਲਈ ਸਮਾਜ ਦੀ ਕੀ ਜ਼ਿੰਮੇਵਾਰੀ ਬਣਦੀ ਹੈ। ਨੌਜਵਾਨ ਜੇ ਨਸ਼ੇ 'ਚ ਗਏ ਆ, ਕੀ ਇਕੱਲੇ ਨੌਜਵਾਨਾਂ ਦਾ ਕਸੂਰ ਹੈ, ਉਹਦੇ ਪਿੱਛੇ ਦੇ ਕਾਰਨ ਕਿਹੜੇ ਹੈ। ਜਿਵੇਂ ਇਹਦੇ ਵਿੱਚ ਕੁਝ ਇਸ਼ਾਰਾ ਆਇਆ ਸੀ ਕਿ ਨੌਜਵਾਨ ਪੜ੍ਹ ਲਿਖ ਗਏ, ਉਹਨਾਂ ਕੋਲ ਰੁਜ਼ਗਾਰ ਨਹੀਂ ਹੈ, ਉਹਨਾਂ ਨੂੰ ਕੋਈ ਰਸਤਾ ਨਹੀਂ ਮਿਲਿਆ, ਇਸ ਕਰਕੇ ਉਹਨਾਂ ਨੂੰ ਲੱਗਾ ਕਿ ਸ਼ਾਇਦ ਆਪਣੀ ਫਰਸਟ੍ਰੇਸ਼ਨ ਨੂੰ ਦੂਰ ਕਰਕੇ ਸ਼ਾਇਦ ਨਸ਼ੇ ਕੋਈ ਐਸਾ ਸਾਧਨ ਹੈ, ਪਰ ਉਹ ਬੜਾ ਤਬਾਹੀ ਦਾ। ਇਸ ਨੂੰ ਜਲਦ ਤੋਂ ਜਲਦ, ਛੇਤੀ ਤੋਂ ਛੇਤੀ ਜਿਹੜੀ ਇਸ ਨੂੰ ਖਤਮ ਕਰਨਾ ਚਾਹੀਦਾ। ਜਿੱਦਾਂ ਕਿ ਤੁਸੀਂ ਮੈਸੇਜ ਦਿੱਤਾ ਨਸ਼ਿਆਂ ਬਾਰੇ, ਉਹਦੇ ਬਾਰੇ ਜਿਹੜੇ ਅੱਜ ਕੱਲ੍ਹ ਜੋ ਯੰਗਸਟਰ ਆ ਜੋ ਜ਼ਿਆਦਾ ਜਾ ਰਹੇ ਆ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਯੰਗਸਟਰ ਜਿਹੜੇ ਹੈਗੇ ਆ, ਇਹ ਤਾਂ ਅਸੀਂ ਸਮਝਦੇ ਹਾਂ ਕਿ ਇਸ ਵੇਲੇ ਦੀ ਜਦੋਂ ਬੇਰੁਜ਼ਗਾਰੀ ਦੇ ਅੰਕੜੇ ਦੇਖਦੇ ਹਾਂ ਅਸੀਂ, ਬਹੁਤ ਡਰਾਉਣੇ ਅੰਕੜੇ। ਜਦੋਂ ਯੂਥ ਨੂੰ ਕੋਈ ਦਿਸ਼ਾ ਨਹੀਂ ਹੈ ਉਹਦੇ ਸਾਹਮਣੇ, ਅੱਜ ਇੱਕ ਟ੍ਰੈਂਡ ਬਣ ਗਿਆ ਕਿ ਯੂਥ ਆਪਣੇ ਟੈਚੀ ਭਰ ਕੇ ਬਾਹਰ ਚੱਲ ਪਏ, ਮਾਈਗ੍ਰੇਸ਼ਨ ਹੋ ਗਈ। ਯੂਥ ਜਿਹੜਾ ਹੈ ਉਹਨੂੰ ਕੋਈ ਨੌਕਰੀ ਨਹੀਂ ਮਿਲੀ, ਲੁੱਟਾਂ ਖੋਹਾਂ, ਚੋਰੀ ਚਪਟੀਆਂ ਇਸ ਪਾਸੇ ਨੂੰ ਚੱਲ ਪਏ। ਕਿਸੇ ਨਿਰਾਸ਼ਾ ਦੇ ਵਿੱਚੋਂ ਯੂਥ ਜਿਹੜਾ ਨਸ਼ੇ ਵਾਲੇ ਪਾਸੇ ਚੱਲ ਗਏ। ਯੂਥ ਨੂੰ ਸੁਨੇਹਾ ਦੇ ਤੌਰ 'ਤੇ ਅਸੀਂ ਇਹ ਕਹਿੰਦੇ ਹਾਂ ਕਿ ਯੂਥ ਜਿਹੜਾ ਇਹਦੇ ਕੋਲ ਬਹੁਤ ਪਾਵਰ ਹੁੰਦੀ ਹੈ, ਬਹੁਤ ਐਨਰਜੀ ਹੁੰਦੀ ਹੈ। ਜੇ ਉਸ ਆਪਣੀ ਐਨਰਜੀ ਨੂੰ ਸਹੀ ਦਿਸ਼ਾ ਚੈਨਲ ਕਰੇ, ਸਾਡੇ ਕੋਲ ਪੰਜਾਬ ਦੇ ਵੱਡੇ ਵੱਡੇ ਮਾਡਲ ਸਾਡੇ ਕੋਲ ਸਾਹਮਣੇ ਹੈ।
ਅੱਜ ਅਸੀਂ ਭਗਤ ਸਿੰਘ ਦਾ ਇੱਥੇ ਨਾਟਕ ਦੇਖਿਆ। ਭਗਤ ਸਿੰਘ ਇੱਕ ਸਾਡਾ ਮਾਡਲ ਹੈ। ਉਹ ਇਸ ਪਾਸੇ ਚੱਲੇ ਕਿ ਉਹਨਾਂ ਨੇ ਲਿਖਿਆ ਕਿ ਇਸ ਯੂਥ ਦੀ ਜਿਹੜੀ ਤਾਕਤ ਹੈ, ਜਿਸ ਨੂੰ ਅਸੀਂ ਦੇਸ਼ ਦੇ ਲਈ ਲਾ ਸਕਦੇ ਹੋਈਏ ਤਾਂ ਦੇਸ਼ ਦੇ ਵਿੱਚ ਜੋ ਫੈਲੇ ਸਾਡੀਆਂ ਜਿੰਨੀਆਂ ਵੀ ਕੁਰੀਤੀਆਂ ਹੈ ਉਹਨੂੰ ਆਪਾਂ ਦੂਰ ਕਰ ਸਕਦੇ ਹਾਂ। ਕੋਈ ਵੀ ਸਮਾਜ ਜਿਹੜਾ ਉਹਦੀ ਤਰੱਕੀ ਜਿਹੜੀ ਉન્નਤੀ ਹੈਗੀ ਹੈ ਉਹ ਵੱਡੇ ਪੱਧਰ 'ਤੇ ਯੂਥ ਦੀ ਤਾਕਤ 'ਤੇ ਨਿਰਭਰ ਕਰਦੀ ਹੈ। ਤਾਕਤ ਦਾ ਮਤਲਬ ਮੇਰਾ ਸਿਰਫ ਇਹ ਨਹੀਂ ਹੈਗਾ ਕੋਈ ਫਿਜ਼ੀਕਲ ਦੀ ਤਾਕਤ ਮੈਂ ਕਰਦਾ ਕਿ ਉਹਦਾ ਕਿ ਵਿਜ਼ਨ ਹੋਣਾ ਚਾਹੀਦਾ, ਯੂਥ ਦੀ ਇੱਕ ਵਿਚਾਰਧਾਰਾ ਹੋਣੀ ਚਾਹੀਦੀ ਹੈ। ਯੂਥ ਨੂੰ ਜੇ ਯੂਥ ਦੀ ਜਿਹੜੀ ਉਸ ਕੋਲ ਆਪਣੇ ਕੋਲ ਸੇਧ ਹੋਊਗੀ ਤਾਂ ਉਹ ਸਮਾਜ ਨੂੰ ਸੇਧ ਦੇ ਸਕੂਗਾ। ਸੋ ਇਸ એનર્ਜੀ ਨੂੰ ਸਮਝਣਾ ਚਾਹੀਦਾ, ਇਸ એનર્ਜੀ ਨੂੰ ਸਹੀ ਦਿਸ਼ਾ ਦੇ ਵਿੱਚ ਲਾਉਣਾ ਚਾਹੀਦਾ। ਇਹ ਜ਼ਿੰਮੇਵਾਰੀ ਜਿਹੜੀ ਹੈ ਸਾਡੇ ਸਮਾਜ ਦੀ ਵੀ ਬਣਦੀ ਹੈ। ਅਸੀਂ ਆਪਾਂ ਯੂਥ 'ਤੇ ਨਿਰਾ ਦੋਸ਼ ਦੇ ਕੇ ਉਹਨਾਂ ਨੂੰ ਇਸ ਗੱਲ ਲਈ ਨਹੀਂ ਕਹਿ ਸਕਦੇ ਕਿ ਸਿਰਫ ਯੂਥ ਦਾ ਦੋਸ਼ ਹੈ, ਇਹ ਨਹੀਂ। ਜਿੱਦਾਂ ਕਿ ਤੁਸੀਂ ਹੁਣੇ ਦੱਸਿਆ, ਉਹਦੇ ਲਈ ਪੇਰੈਂਟਸ, ਸਰਕਾਰ ਤੇ ਲੋਕ ਆਪ ਕਿੰਨੇ ਕੁ ਜ਼ਿੰਮੇਵਾਰ ਹੈ? ਦੇਖੋ, ਪੇਰੈਂਟਸ ਦੇ ਵਿੱਚੋਂ ਜਿਵੇਂ ਇਹਦੇ ਵਿੱਚ ਇੱਕ ਥੋੜ੍ਹਾ ਹਿੱਸਾ ਆਇਆ ਸੀਗਾ ਕਿ ਮਾਵਾਂ ਜਿਹੜੀਆਂ ਪੁੱਤਾਂ ਦੇ ਇੱਕ ਲਾਡ ਜਿਹੜਾ ਹੈਗਾ, ਲੋੜ ਤੋਂ ਜ਼ਿਆਦਾ ਬੱਚਿਆਂ ਦਾ ਚਾਅ ਕਰਨਾ, ਲੋੜ ਤੋਂ ਜ਼ਿਆਦਾ ਬੱਚੇ ਦੇ ਨਾਲ ਪਿਆਰ ਕਰਨਾ, ਉਹ ਕਈ ਦਫਾ ਉਸ ਬਾਉਂਡਰੀ ਨੂੰ ਕ੍ਰਾਸ ਕਰ ਜਾਂਦਾ, ਜਿਹੜੀ ਉਸ ਮਰਿਆਦਾ ਨੂੰ ਕ੍ਰਾਸ ਕਰ ਜਾਂਦਾ ਜਿੱਥੇ ਉਸ ਨੂੰ ਨਹੀਂ ਜਾਣਾ ਚਾਹੀਦਾ। ਅਤੇ ਉਸ ਨੂੰ ਬੱਚੇ ਕਈ ਦਫਾ ਐਕਸਪਲੋਇਟ ਵੀ ਕਰਦੇ ਆ। ਉਹਨਾਂ ਨੂੰ ਲੱਗਦਾ ਕਿ ਮਾਂ ਜਿਹੜੀ ਹੈ ਇਹਦੇ ਅੰਦਰ ਜਿਹੜੀ ਮਮਤਾ ਹੈ, ਮਾਂ ਜਿਹੜੀ ਹੈ ਇਹ ਛੇਤੀ ਪਿਘਲ ਸਕਦੀ ਹੈ, ਅਤੇ ਉਸ ਨੂੰ ਉਹ ਕੋਈ ਆਨਾ ਬਹਾਨਾ ਬਣਾ ਕੇ ਉਹਨਾਂ ਤੋਂ ਪੈਸੇ ਲੈਣੇ, ਬਟੋਰਨੇ ਅਤੇ ਉਹਨੂੰ ਨਸ਼ਿਆਂ ਵਾਲੇ ਪਾਸੇ ਲੈ ਕੇ ਜਾਣਾ। ਸੋ ਮਾਂ ਕੋਈ ਦਿਲੋਂ ਨਹੀਂ ਚਾਹੁੰਦੀ ਕਿ ਉਹਦਾ ਬੱਚਾ ਨਸ਼ੇ ਦੇ ਵਿੱਚ ਜਾਵੇ। ਮਾਂ ਇੱਕ ਮਮਤਾ ਦੇ ਵਿੱਚ ਫਸ ਕੇ ਇਸ ਪਾਸੇ ਉਹਨੂੰ ਪਤਾ ਨਹੀਂ, ਉਹਨੂੰ ਅਣਜਾਣਪੁਣੇ 'ਚੋਂ ਕੀ ਗਲਤੀ ਕਰ ਜਾਂਦੀ ਹੈ। ਪਰ ਜਿਹੜਾ ਯੂਥ ਹੈ ਉਹਨੂੰ ਪਤਾ ਕਿ ਮੈਂ ਹੁਣ ਜਿਹੜਾ ਪੈਸਾ ਗਲਤ ਪਾਸੇ ਲਿਜਾ ਰਿਹਾ ਅਤੇ ਨਸ਼ਿਆਂ ਵਾਲੇ ਪਾਸੇ ਲਿਜਾ ਰਿਹਾ, ਅਤੇ ਜਿਹੜੇ ਲੋਕ ਨਸ਼ਿਆਂ ਦੇ ਕਾਰੋਬਾਰ 'ਚ ਲੱਗੇ ਹੋ ਆ ਇਹ ਉਹਨਾਂ ਦਾ ਧੰਦਾ ਹੈ, ਉਹ ਸ਼ੋਸ਼ਣ ਕਰ ਰਹੇ ਹੈ ਇਹਨਾਂ ਦਾ ਨਸ਼ਿਆਂ ਦਾ, ਅਤੇ ਜਵਾਨੀ ਜਿਹੜੀ ਹੈ ਸਾਡੀ ਉਹ ਤਾਂ ਗਲ ਰਹੀ ਹੈ, ਖਤਮ ਹੋ ਰਹੀ ਹੈ। ਇਹਦੇ ਲਈ ਸਾਨੂੰ ਕੋਈ ਪ੍ਰਮਾਣਿਕ ਸਟੈਪ ਚੱਕਣੇ ਪਊਗੇ, ਵੱਡੇ ਸਟੈਪ ਚੱਕਣੇ ਪਊਗੇ, ਸਾਰੀਆਂ ਧਿਰਾਂ ਨੂੰ ਰਲ ਕੇ ਚੱਕਣੇ ਪਊਗੇ, ਸਮਾਜ ਨੂੰ ਚੱਕਣੇ ਪਊਗੇ, ਸਰਕਾਰਾਂ ਨੂੰ ਚੱਕਣੇ ਪਊਗੇ, ਕਾਨੂੰਨ ਨੂੰ ਚੱਕਣੇ ਪਊਗੇ, ਇਹਨਾਂ ਨੌਜਵਾਨਾਂ ਨੂੰ ਵੀ ਸਮਝਣਾ ਪਊਗਾ। ਇਹੋ ਜਿਹਾ ਜਦੋਂ ਅਸੀਂ ਪ੍ਰੋਗਰਾਮ ਕਰਦੇ ਹਾਂ ਇਹਦੇ ਨਾਲ ਸਮਾਜ 'ਚ ਚੇਤਨਾ ਆਉਂਦੀ ਹੈ। ਉਸ ਚੇਤਨਾ ਤੋਂ ਅਸਰ ਜ਼ਰੂਰ ਹੁੰਦਾ, ਉਸ ਚੇਤਨਾ ਵਿੱਚੋਂ ਚਿੰਤਨ ਪੈਦਾ ਹੁੰਦਾ। ਉਹ ਚਿੰਤਨ ਹੀ ਜਿਹੜਾ ਹੈ ਸਮਾਜ ਨੂੰ ਕੋਈ ਨਾ ਕੋਈ ਦਿਸ਼ਾ ਦਿੰਦਾ ਹੈ। ਜਿੱਦਾਂ ਪੰਜਾਬ ਦੇ ਵਿੱਚ ਜਿਹੜਾ ਸਟੇਟਸ ਡਾਊਨ ਹੋ ਰਿਹਾ ਵਾ ਕਿ ਲੋਕੀ ਸਟੱਡੀ ਕਰਨ ਲਈ ਬਾਹਰ ਜਾ ਰਹੇ ਆ, ਉਹਨਾਂ ਬਾਰੇ ਤੁਸੀਂ ਕੀ ਕਹਿਣਾ? ਜਿਹੜਾ ਬਾਹਰ ਚਲੇ ਜਾਣਾ, ਕਿਉਂਕਿ ਜਿਸ ਵਕਤ ਇਹ ਰੁਜ਼ਗਾਰ ਨਹੀਂ ਹੈ, ਰੁਜ਼ਗਾਰ ਦੀ ਤਲਾਸ਼ ਲਈ ਪੰਜਾਬ ਕੋਈ ਪਹਿਲੀ ਵਾਰ ਤਾਂ ਬਾਹਰ ਨਹੀਂ ਗਿਆ, ਸ਼ੁਰੂ ਤੋਂ ਜਾ ਰਿਹਾ, ਕਾਫੀ ਦੇਰ ਤੋਂ ਜਾ ਰਿਹਾ। ਤੀਜੀ ਚੌਥੀ ਪੀੜ੍ਹੀ ਹੈ ਜਿਹੜੇ ਲੋਕ ਬਾਹਰ ਗਏ। ਮਤਲਬ ਕਿ ਜਿੱਦਾਂ ਪੰਜਾਬ ਦੇ ਵਿੱਚ ਜਿਹੜਾ ਇਹ ਸਟੱਡੀ ਦਾ ਨਾ ਇੰਨਾ ਜ਼ਿਆਦਾ ਨਹੀਂ ਕਹਿ ਰਿਹਾ, ਬਾਹਰ ਹੀ ਜਾ ਰਹੇ ਲੋਕ, ਉਹਨਾਂ ਜਿਸ ਤਰ੍ਹਾਂ ਹੁਣ ਰੁਝਾਨ ਬਣਿਆ, ਤੁਸੀਂ ਕਿਹਾ ਕਿ ਸਟੱਡੀ ਦੇ ਲਈ ਨਹੀਂ ਜਾ ਰਹੇ, ਸਟੱਡੀ ਦੇ ਬਹਾਨੇ ਬਾਹਰ ਜਾ ਰਹੇ ਆ। ਪੜ੍ਹਨ ਲਈ ਤਾਂ ਇੱਥੇ ਵੀ ਸੰਸਥਾਵਾਂ ਹਨ। ਜੇ ਸਟੱਡੀ ਦੇ ਬਹਾਨੇ ਬਾਹਰ ਜਾ ਰਹੇ, ਉਹਨਾਂ ਨੂੰ ਪਤਾ ਕਿ ਅਸੀਂ ਬਾਹਰ ਜਾ ਕੇ ਸੈੱਟ ਹੋ ਜਾਵਾਂਗੇ, ਉੱਥੇ ਸਾਡੇ ਲਈ ਰੁਜ਼ਗਾਰ ਮਿਲ ਜਾਊਗਾ। ਇੱਕ ਤਾਂ ਕਾਰਨ ਇਹ ਹੈ ਕਿ ਸਾਨੂੰ ਇੱਥੇ ਰੁਜ਼ਗਾਰ ਪੈਦਾ ਨਹੀਂ ਕਰ ਸਕੀ ਸਾਡੀ ਸਰਕਾਰਾਂ, ਰੁਜ਼ਗਾਰ ਦੀ ਤਲਾਸ਼ 'ਚ ਜਾਂਦੇ। ਦੂਸਰਾ ਇਹ ਵੀ ਹੈ ਕਿਤੇ ਸਾਡੇ ਸਮਾਜ ਦੀ ਜਿਹੜੀ ਇੱਕ ਹੈ ਕਿ ਸਾਨੂੰ ਜੇ ਮੈਂ ਕੋਈ ਕੰਮ ਇੱਥੇ ਕਰਾਂ, ਉਸ ਕੰਮ ਕਰਨ 'ਚ ਸਾਡੀ ਨਾ ਕਈ ਜਿਹੜੀ ਸੋਸ਼ਲ ਸਟਰਕਚਰਲ ਜਿਹੜੀਆਂ ਚੀਜ਼ਾਂ ਹੁੰਦੀਆਂ ਸਾਡੇ ਲਈ ਉਹ ਪ੍ਰੋਬਲਮ ਕਰਦੀਆਂ, ਅਤੇ ਉਹੀ ਕੰਮ ਮੈਂ ਬਾਹਰ ਜਾ ਕੇ ਕਰਦਾ। ਜੇ ਮੈਂ ਬਾਹਰ ਜਾ ਕੇ ਕਰਦਾ ਅਤੇ ਮੈਨੂੰ ਲੱਗਦਾ ਕਿ ਕੋਈ ਗੱਲ ਨਹੀਂ, ਜੇ ਮੈਂ ਜਿਹੜਾ ਇੱਥੇ ਮੇਰੇ ਕੰਮ ਨੂੰ ਛੋਟਾ ਸਮਝ ਕੇ ਕੀਤਾ ਜਾਊਗਾ ਤਾਂ ਮੈਨੂੰ ਉਹ 'ਚ ਨਮੋਸ਼ੀ ਆਊਗੀ, ਘਟਾ ਆਊਗਾ, ਅਤੇ ਬਾਹਰ ਜਾ ਕੇ ਮੈਂ ਉਸ ਨੂੰ ਕਰ ਲੈਣਾ ਇਸ ਤਰੀਕੇ ਨਾਲ। ਤੀਸਰਾ ਇਹ ਵੀ ਹੈਗਾ ਕਿ ਇੱਕ ਸਾਡੇ ਅੰਦਰ ਇੱਕ ਰੀਸ ਜਿੱਦਾਂ ਹੁੰਦੀ ਨਾ, ਉਹ ਬਣ ਗਈ ਹੈ। ਇੱਕ ਇਸ ਵੇਲੇ ਪੂਰਾ ਰੁਝਾਨ ਸਮਾਜ ਦਾ ਬਣ ਗਿਆ ਕਿ ਜੋ ਮਰਜ਼ੀ ਹੋ ਜਾਵੇ ਕਿ ਸਾਡਾ ਕੋਈ ਨਾ ਕੋਈ ਬਾਹਰ ਜ਼ਰੂਰ ਜਾਣਾ ਚਾਹੀਦਾ। ਦੇਖੋ ਦੇਖੀ ਕਰਜ਼ੇ ਚੁੱਕ ਕੇ, ਖਤਰੇ ਮੁੱਲ ਲੈ ਕੇ ਨੌਜਵਾਨ ਜਿਹੜੇ ਹੈ ਬਾਹਰ ਦੇ ਪਾਸੇ ਜਾ ਰਹੇ ਆ। ਪਰ ਇਹ ਕੋਈ ਚੰਗਾ ਜੈਸਚਰ ਨਹੀਂ ਹੈਗਾ, ਇਹ ਸਾਡੇ ਦੇਸ਼ ਲਈ ਬੜਾ ਮਾੜਾ ਹੈ। ਪੈਸਾ ਤਾਂ ਬਾਹਰ ਜਾ ਹੀ ਰਿਹਾ ਇਹਨਾਂ ਦੇ ਬਹਾਨੇ, ਪਰ ਸਾਡੀ ਜਿਹੜੀ ਯੂਥ ਦੀ ਤਾਕਤ ਹੈ ਇਹ ਵੀ ਸਾਤੋਂ ਮਾਈਨਸ ਹੋ ਰਹੀ ਹੈ ਸਾਡੇ ਸਮਾਜ 'ਚੋਂ, ਇਹ ਵੀ ਬਾਹਰ ਜਾ ਰਹੀ ਹੈ। ਕੋਈ ਨਾ ਕੋਈ ਇੱਦਾਂ ਦਾ ਜ਼ਰੂਰ ਕੰਮ ਹੋਣਾ ਚਾਹੀਦਾ ਜਿਹਦੇ ਨਾਲ ਜਿਹੜੇ ਯੂਥ ਹੈ ਇਹਨਾਂ ਨੂੰ ਬਾਹਰ ਜਾਣ ਤੋਂ ਉਹਨਾਂ ਨੂੰ ਆਪਾਂ ਕੰਸੋਲ ਕਰੀਏ, ਉਹਨਾਂ ਨੂੰ ਇਸ ਤਰੀਕੇ ਨਾਲ ਕੋਈ ਮਾਹੌਲ ਦਈਏ, ਵਾਤਾਵਰਣ ਦਈਏ, ਉਹਨਾਂ ਦਾ ਭਵਿੱਖ ਇੱਥੇ ਸਿਕਿਉਰ ਕਰ ਸਕਦੇ ਹੋਈਏ, ਤਾਂ ਫਿਰ ਲੱਗਦਾ ਕਿ ਰੁਝਾਨ ਜਿਹੜਾ ਰੋਕਿਆ ਜਾ ਸਕਦਾ ਹੈ, ਘਟ ਸਕਦਾ। ਥੈਂਕ ਯੂ ਸੋ ਮੱਚ। ਬਹੁਤ ਵਧੀਆ ਮੈਸੇਜ ਦਿੱਤਾ ਦਵਿੰਦਰ ਜੀ ਨੇ ਆਪਣੇ ਇਸ ਪਲੇ ਦੇ ਵਿੱਚ, ਜੋ ਕਿ ਖੇਡਿਆ ਗਿਆ ਪਲੇ, ਜਿਨ੍ਹਾਂ ਨੇ ਆਰਟਿਸਟ ਨੇ ਖੇਲਿਆ ਉਹਨਾਂ ਨੇ ਵੀ ਬਹੁਤ ਅੱਛੇ ਢੰਗ ਨਾਲ ਕਿਰਦਾਰ ਨਿਭਾਇਆ ਸਾਰਿਆਂ ਨੇ, ਔਰ ਸਮਝਿਆ ਦਿਲੋਂ ਕਿ ਕਿਰਦਾਰ ਦਾ ਮਤਲਬ ਕੀ ਹੈ, ਮੇਨ ਮੋਟਿਵ ਕੀ ਹੈ। ਅਤੇ ਸਰਕਾਰ ਨੂੰ ਜੋ ਵੀ ਪੰਜਾਬ ਦੇ ਵਿੱਚ ਜੋ ਨਸ਼ਾ ਖਤਮ ਕਰਨਾ, ਇਹ ਬਹੁਤ ਅੱਛਾ ਮੈਸੇਜ ਮਿਲਿਆ। ਤੁਹਾਨੂੰ ਵੀ ਸਿੱਖਣਾ ਚਾਹੀਦਾ ਹੈ ਕਿ ਜੋ ਪੰਜਾਬ ਦੇ ਵਿੱਚ ਨਸ਼ਾ ਫੈਲਿਆ ਹੋਇਆ ਉਹਨੂੰ ਜੜ੍ਹ ਤੋਂ ਖਤਮ ਕੀਤਾ ਜਾਵੇ। ਥੈਂਕ ਯੂ। ਹੁਣ ਅਸੀਂ ਗੱਲ ਕਰਾਂਗੇ ਬੀਬਾ ਜੀ ਨਾਲ, ਜਿਨ੍ਹਾਂ ਨੇ ਇੱਥੇ ਸਾਰਾ ਜੋ ਇਹਨਾਂ ਦੇ ਕਰਤਾ ਧਰਤਾ ਨੇ, ਥੀਏਟਰ ਨੂੰ ਬਣਾਉਣ ਵਾਲੇ ਹੀ ਉਹ ਨੇ। ਤੁਹਾਡਾ ਮਤਲਬ ਇਸ ਲਾਈਨ ਦੇ ਵਿੱਚ ਕਿੱਦਾਂ ਰੁਝਾਨ ਪਿਆ? ਮੈਂ ਬਚਪਨ ਤੋਂ ਹੀ ਇੱਧਰ ਕੰਮ ਕਰ ਰਹੀ ਹਾਂ, ਮੈਨੂੰ 30-35 ਸਾਲ ਹੋ ਗਏ। ਮੇਰਾ ਜਨਮ ਇੱਕ ਵੱਡੀ ਜ਼ਗੀਰਦਾਰੀ ਵਿੱਚ ਹੋਇਆ ਸੀ, ਕਿਸੇ ਰਾਜੇ ਮਹਾਰਾਜੇ ਦੇ ਘਰ, ਪਰ ਮੈਂ ਉੱਥੋਂ ਬਗਾਵਤ ਕਰਕੇ
ਇਸ ਫੀਲਡ ਵਿੱਚ ਆ ਗਈ ਤੇ ਮੈਂ ਲਗਾਤਾਰ ਪਿੱਛੇ ਮੁੜ ਕੇ ਨਹੀਂ ਦੇਖਿਆ, ਥੀਏਟਰ ਦਾ ਹੀ ਕੰਮ ਕਰਦੀ ਹਾਂ ਬਸ। ਤੁਹਾਡੀ ਕਿੰਨੀ ਕੁ ਏਜ ਸੀ ਜਦੋਂ ਤੁਸੀਂ ਇਹ ਮਤਲਬ ਰੁਝਾਨ ਪੈਦਾ ਹੋ ਗਿਆ ਸੀ, ਤੁਹਾਡਾ ਇੰਟਰਸਟ ਹੋ ਗਿਆ ਸੀ ਇਸ ਲਾਈਨ 'ਚ? ਮੈਨੂੰ ਜਦੋਂ ਦੀ ਹੋਸ਼ ਆਈ ਆ, ਮੈਨੂੰ ਇੱਕ ਜਾਗੀਰਦਾਰੀ ਸਮਾਜ ਨਾਲ ਟੱਕਰ ਸੀ ਮੇਰੀ, ਆਪਣੇ ਖਾਨਦਾਨ ਨਾਲ, ਅਤੇ ਇੱਕ ਮੇਰਾ ਸ਼ੌਂਕ ਸੀ ਇਹ ਕਿ ਮੈਂ ਥੀਏਟਰ ਦੀ ਆਰਟਿਸਟ ਹੀ ਬਣਨਾ, ਅਤੇ ਮੈਂ ਇਸੇ ਲਗਨ ਨਾਲ ਤੁਰਦੀ ਰਹੀ। ਮਤਲਬ ਜਿੱਦਾਂ ਸਾਰੀ ਉਮਰ ਤੁਸੀਂ ਥੀਏਟਰ ਨੂੰ ਦੇ ਦਿੱਤਾ, ਤੁਹਾਨੂੰ ਕੀ ਮਤਲਬ ਉਹ ਤੋਂ ਸਿੱਖਿਆ ਫਿਰ ਤੁਸੀਂ? ਮੈਂ ਸ਼ਾਂਤ ਹਾਂ, ਮੈਂ ਬਿਲਕੁਲ ਸ਼ਾਂਤ ਹਾਂ। ਮੈਨੂੰ ਬਹੁਤ ਕੁਛ ਮਿਲਿਆ, ਪਿਆਰ ਮਿਲਿਆ, ਮੁਹੱਬਤ ਮਿਲੀ, ਮੈਨੂੰ ਜੋ ਕੁਛ ਵੀ ਮਿਲਿਆ ਮੈਨੂੰ ਬਹੁਤ ਕੁਛ ਮਿਲਿਆ। ਜੇ ਅਸੀਂ ਰਸਤੇ ਆਪ ਚੁਣਨੇ ਆ ਤਾਂ ਇਹਦੇ ਵਿੱਚ ਕੋਈ ਦੁਸ਼ਵਾਰੀਆਂ ਆਉਂਦੀਆਂ, ਉਹ ਵੀ ਤੁਸੀਂ ਆਪ ਹੀ ਚੱਲਣੀਆਂ ਹੁੰਦੀਆਂ। ਸੋ ਖਾਸ ਨਹੀਂ ਕੋਈ ਮੁਸ਼ਕਿਲਾਂ, ਸਾਡੀਆਂ ਆਪਣੀਆਂ ਬਣਾਈਆਂ ਹੋਈਆਂ ਮੁਸ਼ਕਿਲਾਂ ਆ, ਅਤੇ ਰੋਜ਼ ਹੀ ਪਾਰ ਕਰਦੇ ਹਾਂ ਅਸੀਂ ਉਹਨਾਂ ਨੂੰ। ਜਿੱਦਾਂ ਕਿ ਤੁਸੀਂ ਦੱਸਿਆ ਕਿ ਅਸੀਂ ਜਦੋਂ ਲੋਕਡਾਊਨ ਸੀਗਾ ਉਦੋਂ ਵੀ ਤੁਸੀਂ ਮਤਲਬ ਡੇਲੀ ਥੀਏਟਰ ਜਾਂਦੇ ਸੀ, ਕੋਈ ਨਾ ਕੋਈ ਐਕਟਿੰਗ ਹੁੰਦੀ ਸੀ, ਕੋਈ ਸ਼ੂਟ ਹੁੰਦੇ ਸੀਗੇ ਜਾਂ ਕੋਈ ਨਾ ਕੋਈ ਪਲੇ ਹੁੰਦੇ ਸੀ, ਉਹਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਫਾਈਨੈਂਸ਼ੀਅਲੀ ਪ੍ਰੋਬਲਮ ਮਤਲਬ ਬੈਨੀਫਿਟ ਹੁੰਦਾ ਸੀਗਾ ਜਾਂ ਫਿਰ? ਇਕਨੋਮਿਕਲੀ ਤਾਂ ਸਾਨੂੰ ਕਦੇ ਕੋਈ ਫਾਇਦਾ ਨਹੀਂ ਹੋਇਆ। ਇਹ ਕੰਮ ਅਸੀਂ ਆਪਣੇ ਸ਼ੌਂਕ ਲਈ ਕਰਦੇ ਹਾਂ, ਨੋ ਪ੍ਰੋਫਿਟ ਨੋ ਲਾਸ 'ਤੇ, ਔਰ ਕਦੇ ਵੀ ਕਿਸੇ ਨੇ ਸਾਡੀ ਕੋਈ ਖਾਸ ਮਦਦ ਨਹੀਂ ਕੀਤੀ। ਅਸੀਂ ਇਹ ਰਾਹ ਆਪ ਚੁਣੇ ਆ ਤਾਂ ਹੁਣ ਇਹਨਾਂ ਦੇ ਚੱਲਦੇ ਹੀ ਜਾਂਦੇ ਹਾਂ, ਘਾਟਾ ਹੋਵੇ ਫਾਇਦਾ ਹੋਵੇ ਤੁਰੇ ਜਾਣਾ। ਅਸੀਂ ਤੁਸੀਂ ਚਾਹੁੰਦੇ ਆ ਕਿ ਕੱਲ੍ਹ ਨੂੰ ਆਉਣ ਵਾਲੇ ਸਮੇਂ 'ਚ ਸਰਕਾਰ ਤੁਹਾਡੀ ਹੈਲਪ ਕਰੇ? ਅਸੀਂ ਸਰਕਾਰਾਂ ਤੋਂ ਹੈਲਪ ਇਹੀ ਮੰਗਦੇ ਹਾਂ ਕਿ ਸਾਨੂੰ ਕੰਮ ਦੇਵੇ ਵੱਧ ਤੋਂ ਵੱਧ। ਅਸੀਂ ਕੰਮ ਕਰਦੇ ਥੱਕਦੇ ਨਹੀਂ, ਅਸੀਂ 24 ਘੰਟਿਆਂ 'ਚ 24 ਘੰਟੇ ਹੀ ਕੰਮ ਕਰ ਸਕਦੇ ਹਾਂ, ਅਤੇ ਸਾਡੇ ਤਾਂ ਸਰਕਾਰਾਂ ਅੱਗੇ ਇਹੀ ਹੈ ਕਿ ਸਾਨੂੰ ਕੰਮ ਦਿਓ। ਅਤੇ ਇਸ ਦੇ ਨਾਲ ਹੋਰ ਵੀ ਤੁਸੀਂ ਕੁਝ ਕੰਮ ਕਰਦੇ ਹੋ ਜਾਂ ਥੀਏਟਰ ਨੂੰ ਹੀ ਸਾਰਾ ਕੁਰਬਾਨ ਕਰਤਾ ਤੁਸੀਂ ਆਪਣੀ ਲਾਈਫ? ਕੁਝ ਕਰਦੀ ਸਾਂ। ਮੈਂ ਇੱਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਲੈਂਗੁਏਜ ਦੀ ਅਧਿਆਪਕਾ ਸਾਂ। ਮੈਂ ਜਗ ਬਾਣੀ ਅਖਬਾਰ 'ਚ ਬੜੇ ਸਾਲ ਕੰਮ ਕੀਤਾ, ਮੈਂ ਅਜੀਤ ਅਖਬਾਰ 'ਚ ਬੜੇ ਸਿਰ ਕੰਮ ਕੀਤਾ, ਮੈਂ ਟ੍ਰਿਬਿਊਨ ਪੰਜਾਬੀ ਟ੍ਰਿਬਿਊਨ 'ਚ ਬੜੇ ਸਾਲ ਕੰਮ ਕੀਤਾ। ਔਰ ਐਜ਼ ਏ ਐਂਕਰ ਜਾਂ ਐਜ਼ ਏ ਪ੍ਰੈਸ ਰਿਪੋਰਟਰ? ਨਹੀਂ, ਆਰਟੀਕਲ ਲਿਖਦੀ ਸੀ ਮੈਂ। ਓਕੇ। ਹਾਂ, ਪਰ ਇੱਧਰ ਕੰਮ ਕੁਝ ਜ਼ਿਆਦਾ ਹੋਣ ਕਰਕੇ ਮੈਨੂੰ ਸਾਰੇ ਕੰਮ ਹੀ ਛੱਡਣੇ ਪਏ। ਮੈਂ ਸਕੂਲ ਵੀ ਛੱਡ ਦਿੱਤਾ, ਮੈਂ ਅਖਬਾਰਾਂ ਦਾ ਮੀਡੀਆ ਦਾ ਕੰਮ ਵੀ ਛੱਡ ਦਿੱਤਾ, ਹੁਣ ਸਿਰਫ ਮੈਂ ਇਹਦਾ। ਅਤੇ ਆਉਣ ਵਾਲੇ ਸਮੇਂ ਵਿੱਚ ਥੀਏਟਰ ਦਾ ਤੁਹਾਡਾ ਕੀ ਮਤਲਬ ਕਹਿਣਾ ਕਿ ਆਉਣ ਵਾਲੇ ਸਮੇਂ 'ਚ ਥੀਏਟਰ ਦਾ ਕੀ ਫਿਊਚਰ ਆ ਹੋ ਸਕਦਾ? ਆਉਣ ਵਾਲਾ ਸਮਾਂ ਥੀਏਟਰ ਲਈ ਬੜਾ ਭਿਆਨਕ ਆ, ਬੜਾ ਡੇਂਜਰਸ ਆ, ਬੜਾ ਖਤਰਨਾਕ ਆ, ਕਿਉਂਕਿ ਆਡੀਅנס ਜਿਹੜੀ ਆ ਉਹ ਮੋਬਾਈਲ ਕਲਚਰ ਨਾਲ ਜੁੜ ਗਈ ਆ, ਵੱਖ-ਵੱਖ ਚੈਨਲਾਂ ਨਾਲ ਜੁੜ ਗਈ ਆ, ਔਰ ਥੀਏਟਰ ਉਹਨਾਂ ਲਈ ਕੋਈ ਇੰਨੀ ਵੱਡੀ ਮਹੱਤਤਾ ਨਹੀਂ ਰੱਖਦਾ। ਔਰ ਇੰਨਾ ਬਾਕੀ ਮੀਡੀਆ ਇੰਨਾ ਤੇਜ਼ ਹੋ ਗਿਆ ਕਿ ਥੀਏਟਰ ਡਾਊਨ ਹੋ ਰਿਹਾ। ਅਤੇ ਜਿੰਨੇ ਵੀ ਆਰਟਿਸਟ ਤੁਹਾਡੇ ਨਾਲ ਜੁੜੇ ਹੋਏ ਆ ਉਹਨਾਂ ਦਾ ਕੀ ਫਿਊਚਰ ਆ ਇੱਥੇ ਮਤਲਬ ਥੀਏਟਰ ਵਿੱਚ? ਉਹ ਵੀ ਸਾਡੇ ਕੋਈ ਸ਼ੌਂਕ ਨਾਲ ਹੀ ਜੁੜੇ ਹੋਏ ਆ। ਅਸੀਂ ਉਹਨਾਂ ਦਾ ਵੀ ਕੋਈ ਨੋ ਪ੍ਰੋਫਿਟ ਨੋ ਲਾਸ 'ਤੇ ਉਹ ਵੀ ਇੱਦਾਂ ਹੀ ਤੁਰੇ ਹੋਏ ਆ, ਔਰ ਅਸੀਂ ਚਾਹੁੰਦੇ ਹਾਂ ਕਿ ਕੋਈ ਨਾਲ ਹੋਰ ਵੀ ਕੰਮ ਕਰਨ ਤਾਂ ਕਿ ਉਹ ਇਕਨੋਮਿਕਲੀ ਨਾ ਡਾਊਨ ਹੋਣ। ਜੇ ਕੋਈ ਬਾਹਰਲੀ ਕੰਪਨੀ ਤੁਹਾਨੂੰ ਸਪੋਰਟ ਕਰੇ ਫਿਰ ਤੁਸੀਂ ਉਹਦਾ ਕੀ ਕਰੋਗੇ? ਬਾਹਰਲੀ ਕੰਪਨੀ ਨੂੰ ਇਹੋ ਹੀ ਗੁਜ਼ਾਰਿਸ਼ ਹੈ ਕਿ ਸਾਨੂੰ ਕੰਮ ਦਿਓ, ਬਸ ਕੋਈ ਗਰਾਂਡਾ ਨੂੰ ਤਾਂ ਅਸੀਂ ਇੰਨਾ ਨਹੀਂ ਚਾਹੁੰਦੇ। ਨਹੀਂ ਮਤਲਬ ਤੁਸੀਂ ਜੇ ਬਾਹਰਲੀ ਕੰਪਨੀ ਕੋਈ ਤੁਹਾਨੂੰ ਆਫਰ ਕਰਦੀ ਹੈ ਤਾਂ ਤੁਸੀਂ ਬਾਹਰਲੀ ਕੰਪਨੀ ਨਾਲ ਜੁੜਨਾ ਚਾਹੋਗੇ? ਨਹੀਂ, ਅਸੀਂ ਇਹ ਥੀਏਟਰ ਆਪਣਾ ਤਾਂ ਨਹੀਂ ਛੱਡਾਂਗੇ, ਭਾਵੇਂ ਕਿੰਨਾ ਵੀ ਵੱਡੀ ਸਾਨੂੰ ਆਫਰ ਆਏ। ਅਸੀਂ ਆਪਣਾ ਥੀਏਟਰ ਦਾ ਕੰਮ ਜਿਹੜਾ ਇਹ ਆ ਕਿਸੇ ਕੰਪਨੀ ਨਾਲ ਅਸੀਂ ਸਾਰੇ ਮਿਲ ਕੇ ਹੀ ਕੰਮ ਕਰਾਂਗੇ ਜੇ ਕਰਾਂਗੇ ਸਾਰੇ ਆਰਟਿਸਟ। ਇਕੱਲਾ ਤਾਂ ਬਹੁਤ ਵਾਰੀ ਆਫਰ ਆਈਆਂ ਮੈਨੂੰ, ਬਹੁਤ ਵਾਰੀ। ਮੇਰਾ ਸਾਰਾ ਪਰਿਵਾਰ ਬਾਹਰ ਰਹਿੰਦਾ। ਨਹੀਂ, ਜੇ ਮੰਨ ਲਓ ਕੋਈ ਕੰਪਨੀ ਤੁਹਾਨੂੰ ਕਹੇ ਕਿ ਇਸ ਥੀਏਟਰ ਨੂੰ ਇੰਟਰਨੈਸ਼ਨਲ ਲੈਵਲ ਤੱਕ ਲੈ ਕੇ ਜਾਣਗੇ ਫਿਰ ਤੁਹਾਡਾ ਕੀ ਕਹਿਣਾ ਹੋਊਗਾ? ਇਹ ਮੈਡਮ ਜੀ ਸਭ ਗੱਲਾਂ ਨੇ। ਅੱਜ ਤੱਕ ਇੰਨੇ ਵਾਅਦੇ ਲੋਕਾਂ ਨੇ ਸਾਨੂੰ ਕੀਤੇ, ਜਿਹੜੇ ਆਹ ਵਾਅਦਾ ਤੁਸੀਂ ਹੁਣ ਮੈਨੂੰ ਕਰ ਰਹੇ ਹੋ ਨਾ, ਇੰਨੇ ਵਾਅਦੇ ਲੋਕਾਂ ਨੇ ਕੀਤੇ, ਪੂਰਾ ਨਹੀਂ ਕੀਤਾ ਕਿਸੇ ਨੇ ਵੀ ਨਹੀਂ। ਐਵੇਂ ਗੱਲਾਂ ਹੀ ਨੇ ਸਾਰੀਆਂ। ਅਸੀਂ ਮਿਹਨਤ ਕਰਦੇ ਹਾਂ, ਆਪਣੀ ਕਿਰਤ ਕਰਦੇ ਹਾਂ, ਇਹ ਸਾਡਾ ਰੁਜ਼ਗਾਰ ਵੀ ਹੈ ਸਮਝੋ। ਪਰ ਆ ਜਿਹੜੇ ਵਾਅਦੇ ਆ ਨਾ, ਇਹ ਤਾਂ ਰੋਜ਼ ਸਾਡੇ ਨਾਲ ਕੋਈ ਨਾ ਕੋਈ ਕਰ ਜਾਂਦਾ। ਤੁਹਾਨੂੰ ਕੰਪਨੀ ਤੋਂ ਆਵਾਂਗੇ, ਤੁਹਾਨੂੰ ਇੱਕ ਸਾਡਾ ਚੈਨਲ ਆ ਰਿਹਾ P4U ਐਂਟਰਟੇਨਮੈਂਟ, ਇੰਟਰਨੈਸ਼ਨਲ ਲੈਵਲ 'ਤੇ ਆ, ਅਤੇ ਸਾਰੇ ਪੰਜਾਬ ਦੇ ਜਿੰਨੇ ਵੀ ਤੁਹਾਡੇ ਆਰਟਿਸਟ ਆ ਉਹਨਾਂ ਨੂੰ ਅਗਰ ਉਹ ਲੈ ਕੇ ਜਾਣਾ ਚਾਹਣ ਤਾਂ ਉਹ ਤੁਹਾਡੀ ਬਾਂਹ ਫੜਨ ਸਾਰੇ ਮਤਲਬ ਥੀਏਟਰ ਆਰਟਿਸਟ। ਆਪਣੇ ਆਰਟਿਸਟਾਂ ਨੂੰ ਖੁੱਲ੍ਹੀ ਛੁੱਟੀ ਦਿੱਤੀ, ਜਿੱਥੇ ਵੀ ਤੁਹਾਨੂੰ ਕੰਮ ਮਿਲਦਾ ਉੱਥੇ ਕੰਮ ਕਰੋ, ਪਰ ਇਹ ਨਹੀਂ ਕਿ ਤੁਹਾਡੇ ਨਾਲ ਕੋਈ ਠੱਗੀ ਕਰ ਜਾਵੇ, ਤੁਹਾਡੀ ਕਲਾਕਾਰੀ ਦੇ ਨਾਮ 'ਤੇ ਤੁਹਾਨੂੰ ਕੋਈ ਠੱਗ ਲਵੇ।
ਜਿਹੜਾ ਇਹ ਥੀਏਟਰ ਆ ਆਜ਼ਾਦ ਰੰਗਮੰਚ ਕਲਾ ਭਵਨ, ਇਹਨਾਂ ਨੂੰ ਕਿੰਨੇ ਸਾਲ ਹੋ ਗਏ ਆ ਥੀਏਟਰ ਬਣੇ ਨੂੰ? ਸਾਨੂੰ ਤੇ ਹੋ ਗਿਆ ਸੀ 20 ਕੁ ਸਾਲ ਹੋ ਗਏ ਆ। ਤੇ ਤੁਸੀਂ 20 ਸਾਲ ਤੋਂ ਹੀ ਨਾਲ ਜੁੜੇ ਹੋਏ ਆ? 20 ਸਾਲ ਤੋਂ ਮੈਂ ਇਸ ਥੀਏਟਰ ਨਾਲ ਜੁੜੀ ਹੋਈ ਹਾਂ, ਪਰ ਪਹਿਲਾਂ ਵੀ, ਇਸ ਤੋਂ ਪਹਿਲਾਂ ਵੀ ਮੈਂ ਕੰਮ ਕਰਦੀ ਸੀ। ਭਾਜੀ ਗੁਰਸ਼ਨ ਸਿੰਘ, ਸਰਦਾਰ ਮੰਨਾ ਸਿੰਘ ਉਹਨਾਂ ਨਾਲ ਮੈਂ ਬੜੇ ਸਾਲ ਕੰਮ ਕਰਦੀ ਰਹੀ। ਇਹ ਸਨ ਬੀਬਾ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਨੇ ਸਾਨੂੰ ਬਹੁਤ ਹੀ ਅੱਛੇ ਵਿਚਾਰ ਆਪਣੇ ਸਾਡੇ ਨਾਲ ਸਾਂਝੇ ਕੀਤੇ ਤੇ ਬਹੁਤ ਅੱਛਾ ਲੱਗਾ। ਥੈਂਕ ਯੂ।